ਵੱਖ-ਵੱਖ ਥਾਵਾਂ ਤੋਂ ਲੋਕ ਆਏ, ਟੂਰਿਸਟ ਜਿਹਨੂੰ ਤੁਸੀਂ ਕਹਿੰਦੇ ਹੋ, ਤੇ ਇਹ ਇਸ मौसम ਦੇ ਵਿੱਚ ਹੀ ਵੱਧ ਆਉਂਦੇ ਜਾਂ ਕਿਹੜਾ मौसम ਹੁੰਦਾ ਜਦੋਂ ਵੱਧ ਤੋਂ ਵੱਧ ਲੋਕ ਆਉਂਦੇ ਆ? अक्टूबर से मार्च सबसे बेस्ट टाइम रहता है जब टूरिस्ट यहाँ किले महलों को और राजस्थान के और नॉर्थ इंडिया में टूरिस्ट आना पसंद करते हैं। ये सब जो किले महल है इनको 16वीं और 17वीं सदी में राजा मानसिंह प्रथम और जयसिंह प्रथम के द्वारा बनवाया था, तो ये मैंने आपको बताया था। तो उन्होंने 16वीं और 17वीं सदी में इन महलों को अपने रहने के लिए बनवाया था। ਤੇ ਫਿਰ ਇੱਥੇ ਇਹ ਜਿਹੜਾ ਟਿਕਟ ਦੇ ਉੱਤੇ ਕਿੰਨੀ ਟਿਕਟ ਹੁੰਦੀ ਆ, ਕਿੰਨੇ ਕੁ ਲੋਕਾਂ ਨੂੰ ਇੱਥੇ ਜਾਣਕਾਰੀ ਲੈ ਕੇ ਉਹ ਕੋਈ ਵੱਖ-ਵੱਖ ਫਿਲਮਾਂ ਦੀ ਸ਼ੂਟਿੰਗ ਦੇ ਲਈ ਵੀ ਆਉਂਦੇ ਆ? हाँ, फिल्मों की तो यहाँ पर बहुत सारी जो बॉलीवुड और हॉलीवुड फिल्मों की शूटिंग हो चुकी है, जिसमें जो मुख्य फिल्में हैं जैसे कि जोधा अकबर, बाजीराव मस्तानी, मणिकर्णिका, बोल बच्चन, वीर मूवी। ਇਹ ਬਹੁਤ ਸਾਰੀਆਂ ਥਾਵਾਂ ਤੋਂ ਲੋਕ ਆ ਜਿਹੜੇ ਉਹ ਆਏ ਹੋਏ ਆ, ਵੱਖ-ਵੱਖ ਸੂਬਿਆਂ ਤੋਂ, ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਲੋਕ ਆਉਂਦੇ ਆ। ਇੱਥੇ ਮੈਂ ਦੱਸਦਾ ਜੀ ਕਿ ਜਿਹੜਾ ਤਾਂ ਭਾਰਤੀ ਨਾਗਰਿਕ ਆ ਉਹਦੇ ਲਈ 100 ਰੁਪਏ ਟਿਕਟ ਆ, ਜਿਹੜਾ ਕੋਈ ਵਿਦੇਸ਼ੀ ਨਾਗਰਿਕ ਆ ਉਹਦੇ ਲਈ 500 ਰੁਪਏ ਟਿਕਟ ਆ। ਇਹ ਸ਼ੀਸ਼ ਮਹਿਲ ਮੇਰੇ ਖਿਆਲ ਵੀ ਆਪਣੇ ਵੇਲੇ ਦੀ ਬਹੁਤ ਵੱਡੀ ਜ਼ਬਰਦਸਤ ਕਾਰੀਗਰੀ ਹੋਣੀ ਹੈ ਇਹ, ਤੇ ਉਹ ਪਤਾ ਨਹੀਂ ਕਿੰਨੇ ਕੁ ਮਹਾਨ ਜਿਹੜੇ ਕਾਰੀਗਰ ਹੋਣਗੇ ਜਿਨ੍ਹਾਂ ਦੇ ਵੱਲੋਂ ਇਹ ਬਣਾਇਆ ਗਿਆ ਹੋਊਗਾ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ? ਬਹੁਤ ਵਧੀਆ, ਚੜ੍ਹਦੀ ਕਲਾ, ਜ਼ਿੰਦਾਬਾਦ। ਅੱਜ ਖੁੱਲੀ ਹਵਾ 'ਚ ਐਡੇ ਵੱਡੇ ਕਿਲੇ ਜਾ ਕੇ ਕਿਵੇਂ ਦਾ ਲੱਗ ਰਿਹਾ? ਦੇਖੋ ਬਹੁਤ ਵਧੀਆ ਲੱਗ ਰਿਹਾ। ਅੱਜ ਜਦੋਂ ਭੈਣਾ ਵੀਰ ਮੂਰਤੀ ਲੰਘ ਰਹੇ ਉਸ ਤੋਂ ਵੀ ਵਧੀਆ ਲੱਗ ਰਿਹਾ। ਕਾਰਨ ਉਹਦਾ ਇਹ ਵੀ ਆਪਾਂ ਤਾਂ ਲੰਘਾਂਗੇ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਦੋਂ ਵੀ ਬੰਦਾ ਕਿਸੇ ਵੀ ਸੂਬੇ ਦੇ ਵਿੱਚ, ਕਿਸੇ ਵੀ ਦੇਸ਼ ਦੇ ਵਿੱਚ ਜਾਂਦਾ ਜੀ, ਤਾਂ ਉਹਦਾ ਚਿੱਤ ਕਰਦਾ ਕਿ ਬਾਕੀ ਭੈਣਾਂ ਵੀਰਾਂ ਨੂੰ ਵੀ ਉਸ ਥਾਂ ਦੇ ਦ੍ਰਿਸ਼ ਦਿਖਾਏ ਜਾਣ। ਜਿਵੇਂ ਪੰਜਾਬ ਦੇ ਵਿੱਚ ਕਈ ਦੇਖਣਯੋਗ ਥਾਵਾਂ, ਉਸੇ ਤਰੀਕੇ ਦੇ ਨਾਲ ਰਾਜਸਥਾਨ ਦੇ ਵਿੱਚ ਵੀ, ਮੁੰਬਈ ਦੇ ਵਿੱਚ ਵੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ, ਵੱਖ-ਵੱਖ ਥਾਵਾਂ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਜਿਹੜੀਆਂ ਕਿ ਲੋਕ ਦੇਖਦੇ। ਤੇ ਚਲੋ ਦੇਖਣਾ ਸਭ ਦਾ ਅਧਿਕਾਰ ਵੀ ਹੈ, ਦੇਖਣੀਆਂ ਵੀ ਚਾਹੀਦੀਆਂ, ਤਜਰਬਾ ਹਾਸਲ ਕਰਨਾ ਚਾਹੀਦਾ। ਅਸੀਂ ਇਸ ਵੇਲੇ ਜੈਪੁਰ ਦੇ ਵਿੱਚ ਆ। ਜੈਪੁਰ ਦੀ ਜਦੋਂ ਗੱਲ ਕਰਦੇ, ਪਿੰਕ ਸਿਟੀ ਯਾਨੀ ਕਿ ਗੁਲਾਬੀ ਨਗਰੀ ਦੀ ਗੱਲ ਹੁੰਦੀ ਆ। ਜਦੋਂ ਅਸੀਂ ਜੈਪੁਰ ਦੀ ਗੱਲ ਕਰਦੇ, ਰਾਜਸਥਾਨ ਦੀ ਗੱਲ ਕਰਦੇ, ਜੋਧਪੁਰ ਦੀ ਗੱਲ ਕਰਦੇ ਆ, ਬਾੜਮੇਰ ਦੀ ਗੱਲ ਕਰਦੇ ਆ, ਜੈਸਲਮੇਰ ਦੀ ਗੱਲ ਕਰਦੇ, ਬੜਾ ਕੁਝ ਚੇਤੇ ਦੇ ਵਿੱਚ ਗੂੰਜਦਾ। ਤੇ ਜਦੋਂ ਹੁਣ ਜੈਪੁਰ ਦੇ ਵਿੱਚ ਆਏ ਆ ਤਾਂ ਇੱਥੇ ਆਮੇਰ ਦਾ ਕਿਲਾ ਦੇਖੇ ਬਿਨਾਂ ਰਹਿ ਨਹੀਂ ਸਕੇ ਜੀ। ਪਹਿਲਾਂ ਇਹ ਸਾਰੀਆਂ ਚੀਜ਼ਾਂ ਕਿਤਾਬਾਂ ਦੇ ਵਿੱਚ ਵੇਖਦੇ ਰਹੇ ਆ ਅਸੀਂ, ਬਚਪਨ ਤੋਂ ਜੋ ਨਿੱਕੇ ਹੁੰਦਿਆਂ ਤੋਂ ਇਤਿਹਾਸ ਪੜ੍ਹਿਆ, ਉਹਨਾਂ ਕਿਤਾਬਾਂ ਦੇ ਵਿੱਚ ਚੀਜ਼ਾਂ ਵੇਖਦੇ ਰਹੇ ਆ। ਪਰ ਅੱਜ ਅੱਖੀਂ ਵੇਖ ਕੇ ਬੜਾ ਚੰਗਾ ਲੱਗੂਗਾ, ਮੈਨੂੰ ਉਮੀਦ ਹੈ ਪੂਰੀ, ਕਿਉਂਕਿ ਇੱਥੇ ਜਿਵੇਂ ਆਪਾਂ ਰਸਤੇ ਦੇ ਵਿੱਚ ਵੀ ਆਏ ਆ ਟਾਣਾ ਸਾਹਿਬ, ਬਹੁਤ ਕੁਝ ਵੇਖਣ ਯੋਗ ਸੀ। ਬਿਲਕੁਲ ਜੀ। ਇਹ ਬਾਈ ਜੀ ਨੇ ਸਾਡੇ ਬਹੁਤ ਸਤਿਕਾਰਯੋਗ ਸਿਕੰਦਰ ਜੀ, ਜਿਨ੍ਹਾਂ ਨੇ ਇਹ ਸਾਰਾ ਇੱਥੇ ਦ੍ਰਿਸ਼ ਦਿਖਾਉਣ ਦੀ, ਇਹ ਕਿਲੇ ਦਿਖਾਉਣ ਦੀ ਜ਼ਿੰਮੇਵਾਰੀ ਨਿਭਾਈ। ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਬਾਈ ਜੀ, ਤੁਸੀਂ ਇੰਨਾ ਸਮਾਂ ਕੱਢਿਆ ਪਰਿਵਾਰ ਦੇ ਸਮੇਤ। ਇਹ ਨੇ ਸਾਡੇ ਸੁਰਜੀਤ ਭਾਜੀ। DH ਸੁਪਰ ਮਾਰਕੀਟ ਨਿਊਜ਼ੀਲੈਂਡ ਦੇ ਵਿੱਚ ਬਹੁਤ ਵੱਡਾ ਨਾਂ ਰੱਖਦੀ ਆ, ਤੇ ਇਹ ਉਹਦੇ ਸੰਚਾਲਕ ਨੇ, ਉਹਨਾਂ ਦੇ ਮਾਲਕ ਨੇ, ਓਨਰ ਦੇ ਨਾਲ ਨੇ ਭੈਣ ਜੀ, ਇਹਨਾਂ ਦੇ ਧਰਮ ਪਤਨੀ ਮਨਜੀਤ ਜੀ। ਸੋ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ, ਤੁਸੀਂ ਇਹਨਾਂ ਸਾਡੇ ਲਈ ਸਮਾਂ ਕੱਢਦੇ ਹੋ, ਤੁਹਾਡਾ ਦਿਲੀ ਤੌਰ ਤੇ ਸ਼ੁਕਰੀਆ। ਅਸੀਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਵੀ ਗਏ ਸੀਗੇ ਤੇ ਬਾਕੀ ਭੈਣ ਭਰਾਵਾਂ ਦੇ ਵਾਂਗ, ਬਸਰਾ ਪਰਿਵਾਰ ਦੇ ਵਾਂਗ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਵਾਂਗ ਬਹੁਤ ਸਾਰਾ ਸਾਨੂੰ ਮਾਣ ਸਤਿਕਾਰ ਇੱਥੇ DH ਸੁਪਰ ਮਾਰਕੀਟ ਦੇ ਵੱਲੋਂ ਵੀ ਦਿੱਤਾ ਗਿਆ। ਤੇ ਇੱਥੇ ਉਚੇਚੇ ਤੌਰ ਦੇ ਉੱਤੇ ਅਸੀਂ ਇਹਨਾਂ ਦੇ ਨਾਲ ਮਿਲਣ ਆਏ ਆ। ਇਹ ਨਾਲ ਗੰਗਾ ਨਗਰ ਖੇਤਰ ਆ। ਸੋ ਬਹੁਤ ਕੁਝ ਇਹ ਕਹਿੰਦੇ ਅਸੀਂ ਤੁਹਾਨੂੰ ਇੱਥੇ ਦਿਖਾਉਣਾ, ਜੋ ਕੁਝ ਇਹਨਾਂ ਨੇ ਯੋਜਨਾਬੱਧ ਤਰੀਕੇ ਨਾਲ ਪਹਿਲਾਂ ਹੀ ਉਲੀਕਿਆ ਹੋਇਆ ਜੀ। ਤੇ ਅਸੀਂ ਇਕੱਲੇ ਨਹੀਂ ਵੇਖਾਂਗੇ, ਸਾਡੇ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ ਵੀ ਉਹ ਸਾਰਾ ਕੁਝ ਵਿਖਾਵਾਂਗੇ। ਸੋ ਆਪਾਂ ਕਰਾਂਗੇ, ਗਾਈਡ ਸਾਹਿਬ ਦੀ ਗੱਲ ਵੀ ਕਰ ਲਈਏ ਜੀ। ਗਾਈਡ ਸਾਹਿਬ ਦੀ ਗੱਲ ਵੀ ਕਰਦੀ ਹਾਂ। ਮੈਂ ਇਹ ਕਹਿਣ ਲੱਗੀ ਸੀ ਕਿ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ ਰਾਜਸਥਾਨ ਦੀ ਸੈਰ, ਤੇ ਸਾਡੇ ਨਾਲ ਸਾਡੇ ਗਾਈਡ ਸਾਹਿਬ ਵੀ ਮੌਜੂਦ ਨੇ ਜਿਹੜੇ ਕਿ ਇਸ ਕਿਲੇ ਦੇ ਬਾਬਤ ਸਾਨੂੰ ਪੂਰੀ ਜਾਣਕਾਰੀ ਦੇਣਗੇ। ਸੋ ਟਾਣਾ ਸਾਹਿਬ, ਆਪਾਂ ਸਫ਼ਰ ਦੀ ਸ਼ੁਰੂਆਤ ਕਰੀਏ। ਚਲੋ ਬਈ।
ਹਾਂਜੀ ਅਸੀਂ ਨਾ ਹੁਣ ਅੰਦਰ ਆ ਚੁੱਕੇ ਹਾਂ ਜੀ, ਇੱਥੇ ਯਾਨੀ ਕਿ ਕਿਲੇ ਦੇ ਅੰਦਰ ਆ ਗਏ ਆ ਤੇ ਸੁਦੀਪ ਚੈਟਰ ਜੀ ਇਹ ਸਾਡੇ ਗਾਈਡ ਸਾਹਿਬ ਦਾ ਨਾਮ ਹੈਗਾ ਜੀ, ਜਿਹੜੇ ਕਿ ਸਾਨੂੰ ਇੱਥੋਂ ਦੀ ਜਾਣ ਪਛਾਣ ਦੱਸਣਗੇ, ਇੱਥੋਂ ਦੇ ਬਾਰੇ ਮੁਕੰਮਲ ਜਾਣਕਾਰੀ ਦੇਣਗੇ। ਹਾਂ ਦੱਸੋ ਜੀ ਵੀ ਇਹ ਜਿਹੜੀਆਂ ਇੰਨੀ ਵੱਡੀ ਗਿਣਤੀ 'ਚ ਸੰਗਤ ਆਈ ਆ, ਵੱਖ-ਵੱਖ ਥਾਵਾਂ ਤੋਂ ਲੋਕ ਆਏ, ਟੂਰਿਸਟ ਜਿਹਨੂੰ ਤੁਸੀਂ ਕਹਿੰਦੇ ਹੋ, ਤੇ ਇਹ ਇਸ ਮੌਸਮ ਦੇ ਵਿੱਚ ਹੀ ਵੱਧ ਆਉਂਦੇ ਜਾਂ ਕਿਹੜਾ ਮੌਸਮ ਹੁੰਦਾ ਜਦੋਂ ਵੱਧ ਤੋਂ ਵੱਧ ਲੋਕ ਆਉਂਦੇ ਆ? देखिए यहाँ पर वैसे टूरिस्ट सीज़न अक्टूबर से स्टार्ट होता है और मार्च एंड तक रहता है यहाँ पर। और यहाँ पर तो क्योंकि पर्यटक सर्दियों में ही घूमना पसंद करते हैं, गर्मी बहुत भयंकर होती है, यानी कि मिनिमम 45-48 डिग्री टेम्परेचर हो जाता है गर्मियों में, तो उस टाइम तो यहाँ ऑफ सीज़न हो जाता है। बाकी वैसे अक्टूबर से मार्च सबसे बेस्ट टाइम रहता है जब टूरिस्ट यहाँ किले महलों को और राजस्थान के और नॉर्थ इंडिया में टूरिस्ट आना पसंद करते हैं और देश विदेश से आते हैं और बाहर विदेशों से भी आते हैं, कनाडा से पंजाबी भी काफ़ी आते हैं यहाँ पर उस दौरान। राइट। ਤੇ ਇਹਦੀ ਅਹਿਮੀਅਤ ਦੱਸੋ ਜੀ ਕਿ ਕਿਹੜੀ ਥਾਂ ਦੀ ਕੀ ਅਹਿਮੀਅਤ ਆ, ਕਿਹਦੇ ਨਾਲ ਕਿਹੜੀ ਇਤਿਹਾਸਕ ਗੱਲ ਜੁੜੀ ਹੋਈ ਹੈ? देखिए ये सब जो किले महल है इनको 16वीं और 17वीं सदी में राजा मान सिंह प्रथम और जय सिंह प्रथम के द्वारा बनवाया था, तो ये मैंने आपको बताया था। तो उन्होंने 16वीं और 17वीं सदी में इन महलों को अपने रहने के लिए बनवाया था, क्योंकि इनके जो आर्मी है वो तो जयगढ़ के किले में रहती थी, राजा रानी इनके लिए महलों में निवास करते थे। तो जो मान सिंह के महल है उसमें उनकी बताया जाता है 12 रानियाँ थी जिनके साथ में वो रहते थे। और इसके अलावा जो हरम का पार्ट टाइप का एक कह सकते हैं उसको, इसके अलावा जो जय सिंह प्रथम उनके लड़के थे तो उनकी 2 वाइफ के महल बताए जाते हैं, शीश महल जो आप अभी देखने वाले हैं, और वो बेल्जियम और इटालियन कांच के द्वारा बनवाए गए थे। ਅੱਛਾ ਜੀ जी। ਤਾਂ ਫਿਰ ਇੱਥੇ ਇਹ ਜਿਹੜਾ ਟਿਕਟ ਦੇ ਉੱਤੇ ਕਿੰਨੀ ਟਿਕਟ ਹੁੰਦੀ ਆ, ਕਿੰਨੇ ਕੁ ਲੋਕਾਂ ਨੂੰ ਇੱਥੇ ਜਾਣਕਾਰੀ ਲੈ ਕੇ ਉਹ ਕੋਈ ਵੱਖ-ਵੱਖ ਫਿਲਮਾਂ ਦੀ ਸ਼ੂਟਿੰਗ ਦੇ ਲਈ ਵੀ ਆਉਂਦੇ ਆ? हाँ, फिल्मों की तो यहाँ पर बहुत सारी जो बॉलीवुड और हॉलीवुड फिल्मों की शूटिंग हो चुकी है, जिसमें जो मुख्य फिल्में हैं जैसे कि जोधा अकबर, बाजीराव मस्तानी, मणिकर्णिका, बोल बच्चन, वीर मूवी, पर्टिकुलरली इन कोर्टयार्ड में और अंदर महल प्रीमिसेस में इनकी शूटिंग हो चुकी है। ਬਹੁਤ ਖੂਬ। और तो मुगल आजम की भी हुई जो शीश महल में मेन पार्ट में, उसके बारे में आपको बता देंगे वहाँ। ਅਸੀਂ ਨਾ ਸਿਕੰਦਰ ਭਾਈ ਨਾਲ ਵੀ ਗੱਲ ਕਰਦੇ ਆਂ ਵੀ ਤੁਸੀਂ ਕਿੰਨਵੀਂ ਵਾਰ ਆਏ ਜੀ ਇੱਥੇ ਘੁੰਮਣ ਦੇ ਲਈ? ਇੱਥੇ ਮੈਂ ਘੱਟੋ ਘੱਟ 12 ਤੋਂ 14 ਵਾਰ ਆ ਚੁੱਕਾ ਹਾਂ। 12 ਤੋਂ 14 ਵਾਰ। ਤੇ ਇਹ ਜਿਹੜੀ ਥਾਂ ਨੂੰ ਸੰਭਾਲ ਕੇ ਰੱਖਿਆ ਗਿਆ, ਹਾਂਜੀ। ਤੁਸੀਂ ਜਦੋਂ 12 ਜਾਂ 14 ਵਾਰ ਆ ਗਏ, ਜਦੋਂ ਪਹਿਲੀ ਵਾਰ ਆਏ ਸੀ ਜੀ, ਉਦੋਂ ਵੀ ਸੰਗਤ, ਉਦੋਂ ਵੀ ਭੀੜ ਭੜੱਕਾ, ਉਦੋਂ ਵੀ ਲੋਕ ਇਦਾਂ ਹੀ ਸੀ ਜਾਂ ਘੱਟ ਸੀ? ਐਵੇਂ ਤੇ ਜਦੋਂ ਛੁੱਟੀ ਹੁੰਦੀ ਜਿਹੜੇ ਲੋਕਲ ਹੈ ਨਾ, ਇੱਕ ਤਾਂ ਟਿਕਟ ਦਾ ਰੇਟ ਬਹੁਤ ਘੱਟ ਹੈ ਇੱਥੇ, ਜਿਹੜੇ ਲੋਕਲ ਮਤਲਬ ਮਿਨੀਮਮ ਜਿਹਾ ਆ। ਫੋਰਨਰ ਲਈ ਤਾਂ ਮੇਰੇ ਖਿਆਲ ਕਈ ਗੁਣਾ ਆ, 5 ਗੁਣਾ ਜ਼ਿਆਦਾ ਆ। ਅੱਛਾ ਤੇ ਜਿਹੜੇ ਲੋਕਲ ਆਪਣੇ ਇੰਡੀਅਨ ਨੇ ਉਹਨਾਂ ਲਈ ਰੇਟ ਬਹੁਤ ਘੱਟ ਆ। ਅੱਛਾ ਜੀ। ਇਸ ਕਰਕੇ ਜਿਹੜਾ ਜ਼ਿਆਦਾ ਨਹੀਂ ਵੀ ਅਫੋਰਡ ਕਰ ਸਕਦੇ ਉਹ ਵੀ ਲੋਕਾਂ ਵਾਸਤੇ ਦੇਖਣ ਲਈ ਬਹੁਤ ਮਤਲਬ ਸਸਤੀ ਸੁੰਦਰ ਜਗ੍ਹਾ ਆ, ਤੇ ਫਿਰ ਇਤਿਹਾਸਿਕ ਜਗ੍ਹਾ, ਇਸ ਕਰਕੇ ਲੋਕ ਬਹੁਤ ਆਉਂਦੇ ਤੇ ਟੂਰਿਸਟ। ਸੁਰਜੀਤ ਭਾਜੀ ਤੁਸੀਂ ਕਿੰਨਵੀਂ ਵਾਰ ਆਏ ਹੋ ਇੱਥੇ? ਇਹ ਨਿਊਜ਼ੀਲੈਂਡ ਤੋਂ ਨੇ ਜੀ, ਤੇ ਉੱਥੇ DH ਬਹੁਤ ਵੱਡਾ ਸਟੋਰ ਆ, ਉਹਦੀਆਂ ਬਹੁਤ ਸਾਰੀਆਂ ਹੁਣ ਸ਼ਾਖਾਵਾਂ ਹੈਗੀਆਂ, ਤੇ ਤੁਹਾਡਾ ਹੋਰ ਵੀ ਕੰਮਕਾਜ ਬਹੁਤ ਅੱਗੇ ਤੋਂ ਅੱਗੇ ਵਧੇ ਫੁੱਲੇ ਦੀ ਅਸੀਂ ਕਾਮਨਾ ਕਰਦੇ ਆ। ਇਹ ਭੈਣ ਜੀ ਨੇ, ਇਹਨਾਂ ਦੇ ਧਰਮ ਪਤਨੀ। ਬਾਈ ਜੀ ਕਿੰਨਵੀਂ ਵਾਰ ਆਏ ਇੱਥੇ? ਮੈਂ ਦੂਜੀ ਵਾਰ ਆਇਆ ਭਾਈ। ਤੁਸੀਂ ਦੂਜੀ ਵਾਰ? ਤੁਸੀਂ ਜੀ? ਮੈਂ ਵੀ ਦੂਸਰੀ ਵਾਰੀ ਆਈ ਹਾਂ। ਅੱਛਾ। ਤੇ ਕੀ ਇੱਥੇ ਆ ਕੇ, ਤੁਸੀਂ ਤਾਂ ਗੰਗਾ ਨਗਰ ਤੋਂ ਆ, ਗੰਗਾ ਨਗਰ ਰਾਜਸਥਾਨ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਤੁਹਾਨੂੰ ਆਉਣ ਦੀ ਲੋੜ ਦੀ ਥੋੜੀ ਕੁ ਦੂਰੀ ਤੈਅ ਕਰਨੀ ਪੈਂਦੀ ਹੈ, ਪਰ ਕੀ ਮਹਿਸੂਸ ਕੀ ਕਰਦੇ ਆ? ਨਹੀਂ, ਇੱਥੇ ਜਾ ਕੇ ਵਧੀਆ ਸਾਨੂੰ ਲੱਗਦਾ ਵੀ ਇਤਿਹਾਸ ਦੇਖਣ ਨੂੰ ਸਾਨੂੰ ਮੌਕਾ ਮਿਲਦਾ, ਯਾਨੀ ਕਿ ਆਹ ਚੀਜ਼ਾਂ ਜਿਹੜੀਆਂ ਬਿਲਡਿੰਗਾਂ ਪੁਰਾਣੀਆਂ ਆਪਣੇ ਉਧਰ ਹੈ ਹੀ ਨਹੀਂ ਆ। ਪੰਜਾਬ 'ਚ ਵੀ ਅਸੀਂ ਜਾਂਦੇ ਆ ਜਾਂ ਉੱਥੇ ਨਹੀਂ ਪਤਾ ਲੱਗਦਾ, ਇੱਥੇ ਆਉਂਦੇ ਆ। ਤੁਸੀਂ ਅੱਗੇ ਵੀ ਜਾਓਗੇ ਤੁਸੀਂ ਦੇਖਿਓ ਕਿੰਨੀ ਸੋਹਣੀ ਮੀਨਾਕਾਰੀ ਕੀਤੀ ਵੀ ਹੈ ਇੱਥੇ, ਤੇ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਬਣੀਆਂ ਵੀ ਅੱਜ ਤੋਂ ਇੰਨੀਆਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਇਹ ਵੀ ਆਪਾਂ ਹੁਣ ਵੀ ਆਰਕੀਟੈਕਟ ਦੇਖ ਲਓ ਵੀ ਤੁਸੀਂ, ਤੇ ਪੁਰਾਣੇ ਵੀ ਦੇਖ ਲਓ, ਮੈਨੂੰ ਤਾਂ ਐਂ ਲੱਗਦਾ ਵੀ ਪੁਰਾਣੇ ਜ਼ਿਆਦਾ ਵਧੀਆ ਬਣਾ ਰਹੇ ਹਨ। ਹਾਂ। ਤੇ ਭੈਣ ਜੀ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਭਾਜੀ, ਪਿਛਲੀ ਵਾਰ ਆਏ ਸੀ ਤੇ ਬੱਚੇ ਨਾਲ ਆਏ ਸੀਗੇ ਤੇ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ। ਐਰਕੀ ਥੋੜੀ ਤਬੀਅਤ ਠੀਕ ਨਾ ਹੋਣ ਕਰਕੇ ਆਏ ਨਹੀਂਗੇ, ਤੇ ਸਾਨੂੰ ਫੀਲ ਹੋ ਰਿਹਾ ਕਿ ਉਹ ਨਾਲ ਆਉਂਦੇ ਤੇ ਇੱਥੋਂ ਕੁਝ ਸਿੱਖ ਕੇ ਜਾਂਦੇ ਆ, ਵੀ ਜਿਵੇਂ ਪੁਰਾਣਾ ਇਤਿਹਾਸ ਦੇਖ ਕੇ ਜਾਂਦੇ ਆ ਵੀ ਉਹਨਾਂ ਟਾਈਮਾਂ 'ਚ ਕੀ ਸੀਗਾ ਸਾਡੇ ਇਤਿਹਾਸ 'ਚ, ਹਿਸਟਰੀ ਬਾਰੇ ਉਹਨਾਂ ਨੂੰ ਨੌਲੇਜ ਮਿਲਦੀ ਆ। ਤੇ ਇਹ ਚੀਜ਼ਾਂ ਆਪਣੇ ਗੰਗਾ ਨਗਰ ਏਰੀਏ 'ਚ ਨਹੀਂ ਇੰਨੀਆਂ, ਤੇ ਇੱਥੇ ਆ ਕੇ ਸਾਨੂੰ ਇਹ ਬਹੁਤ ਚੀਜ਼ਾਂ ਵੇਖਣ ਨੂੰ ਵਧੀਆ ਲੱਗਦੀਆਂ ਨੇ। ਬਹੁਤ ਵਧੀਆ, ਹਾਂਜੀ, ਬਹੁਤ ਚੰਗੀ ਗੱਲ ਆ। ਬਾਈ ਜੀ ਤੁਸੀਂ ਵੀ ਨਿਊਜ਼ੀਲੈਂਡ ਤੋਂ ਹੀ ਆ? ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ? ਇੱਦਾਂ ਹੈ ਬਾਈ ਜੀ, ਜਿੱਦਾਂ ਆਪਾਂ ਪੰਜਾਬ ਵਾਲੀ ਸਾਈਡ ਜਾਂਦੇ ਆ, ਉੱਥੇ ਜੇ ਬਿਲਡਿੰਗਸ ਵਗੈਰਾ ਦੇਖਦੇ ਆ ਆਪਾਂ, ਤਾਂ ਬੜਾ ਉੱਦਾਂ ਦੇਖਣ 'ਚ ਵੀ ਸੁਣਨ 'ਚ ਵੀ ਆਉਂਦਾ ਹੈ ਵੀ ਪੁਰਾਣੀਆਂ ਬਿਲਡਿੰਗਾਂ ਹੈ ਹੀ ਨਹੀਂ, ਰਹਿ ਹੀ ਨਹੀਂ ਗਈਆਂ, ਹੈ ਨਾ। ਤੇ ਇੱਧਰਲੀ ਸਾਈਡ ਆਉਂਦੇ ਆ ਤਾਂ ਦੇਖਦੇ ਆ ਵੀ ਬੜਾ ਵਧੀਆ ਪੂਰੀਆਂ ਸਾਂਭ ਸੰਭਾਲ ਕੇ ਰੱਖੀਆਂ ਜਿੰਨੀਆਂ ਪੁਰਾਣੀਆਂ ਬਿਲਡਿੰਗਸ ਆ, ਦੇਖ ਕੇ ਵਧੀਆ ਲੱਗਦਾ ਦੇਖਣ 'ਚ। ਬਿਲਕੁਲ ਸਹੀ। ਜਿਹੜੀ ਇੱਥੇ ਮੇਨ ਆ ਨਾ, ਤੇ ਕੋਈ ਵੀ ਜਿਹੜੇ ਬਿਲਡਿੰਗ ਜਿਹੜੀ ਕੋਈ ਵੀ ਮਹਿਲ ਆ ਤੇ ਵਾਸਤੂ ਦੇ ਹਿਸਾਬ ਨਾਲ ਬਣਿਆ ਹੋਇਆ ਹੈ। ਅੱਛਾ। ਸਾਰੇ ਜ਼ਿਆਦਾਤਰ ਵਾਸਤੂ ਨੂੰ ਅਪਣਾਇਆ ਇਹਨਾਂ ਨੇ। ਔਰ ਦੂਸਰਾ ਜਿਹੜਾ ਬੇਸਿਕ, ਉਦੋਂ ਬੜੇ ਸੀਮਿਤ ਸਾਧਨ ਸੀਗੇ, ਤੇ ਇੰਨਾ ਵਧੀਆ ਸਟਰਕਚਰ ਜਿਹੜਾ ਅੱਜ ਦੇ ਜ਼ਮਾਨੇ 'ਚ ਵੀ ਆਪਾਂ ਨਹੀਂ ਤਿਆਰ ਕਰ ਸਕਦੇ। ਮਤਲਬ ਬਹੁਤ ਹੈਰਾਨੀ ਜਿਹੜੀ ਗੱਲ ਇਹ ਆ ਕਿ ਜਿਹੜੇ ਉਦੋਂ ਦੇ ਜਿਹੜੇ ਮਹਿਲ ਬਣੇ ਹੋਏ ਆ,
ਅੱਜ ਆਪਣੇ ਕੋਲ ਇੰਨੇ ਸਾਧਨ ਆ, ਅੱਜ ਵੀ ਉਵੇਂ ਦੇ ਬਣਾਉਣੇ ਔਖੇ ਆ। ਉਦੋਂ ਤਾਂ ਸਾਧਨ ਹੀ ਨਹੀਂ ਸੀ, ਹਾਥੀਆਂ ਨਾਲ ਘੋੜਿਆਂ ਨਾਲ ਉਹ ਕਿਵੇਂ ਵੀ ਜਿਹੜਾ ਦਾ ਰॉ ਮਟੀਰੀਅਲ ਕਿਵੇਂ ਉੱਪਰ ਲੈ ਕੇ ਆਉਂਦੇ ਹੋਣੇ ਇੰਨਾ ਉੱਪਰ, ਜਿਹੜਾ ਉਹ ਬਣਾਏ ਆ ਉਹ ਬਹੁਤ ਮਤਲਬ ਮੇਨ ਚੀਜ਼ ਹੈ ਜਿਹੜੀ ਇਹਦੀ ਮਜ਼ਬੂਤੀ ਅੱਜ ਵੀ ਕਾਇਮ ਹੈ ਤੇ ਗਵਰਨਮੈਂਟ ਨੇ ਵੀ ਇਹਨੂੰ ਸੰਭਾਲ ਰੱਖਿਆ ਆ ਤੇ ਇਸ ਕਰਕੇ ਮਤਲਬ ਅੱਛੀ ਜਗ੍ਹਾ ਹੈ। ਬਿਲਕੁਲ। ਇੱਕ ਮੈਂ ਹੋਰ ਗੱਲ ਦੱਸਦਾ ਵੀ ਜਿਹੜਾ ਸਾਨੂੰ ਚੰਗਾ ਪ੍ਰਭਾਵ ਲੱਗਿਆ ਜਦੋਂ ਅਸੀਂ ਜਿੱਥੇ ਰੁਕੇ ਹੋਏ ਆ ਉਧਰੋਂ ਇਧਰਲੇ ਪਾਸੇ ਆ ਰਹੇ ਸੀਗੇ ਅਮੇਰ ਕਿਲੇ ਦੇ ਵੱਲ, ਤਾਂ ਰਾਹ ਦੇ ਵਿੱਚ ਜਿੰਨੀਆਂ ਵੀ ਇਮਾਰਤਾਂ ਆਈਆਂ, ਜਿੰਨੀਆਂ ਵੀ ਦੁਕਾਨਾਂ ਆਈਆਂ, ਜਿਹੜੇ ਕਿ ਤੁਸੀਂ ਉੱਤੇ ਸਾਨੂੰ ਦ੍ਰਿਸ਼ ਵੀ ਦੇਖ ਰਹੇ ਹੋ ਇਸ ਵੇਲੇ ਜਿਹੜੇ ਸ਼ਾਟ ਚੱਲ ਰਹੇ ਆ, ਉਹ ਜਿਹੜੀਆਂ ਉੱਤੇ ਇਮਾਰਤਾਂ ਆਈਆਂ ਤੇ ਉਹ ਗੁਲਾਬੀ ਰੰਗ ਦੀਆਂ, ਉਹਨਾਂ ਦੇ ਉੱਤੇ ਜਿਹੜੇ ਬੋਰਡ ਲੱਗੇ, ਜਿਹੜੇ ਤਖਤੀਆਂ ਲੱਗੀਆਂ, ਉਹ ਸਾਰੀਆਂ ਦੀਆਂ ਸਾਰੀਆਂ ਹਿੰਦੀ ਦੇ ਵਿੱਚ ਆ। ਉਹਨਾਂ ਦੇ ਵਿੱਚੋਂ ਅੰਗਰੇਜ਼ੀ ਤੁਹਾਨੂੰ ਬਹੁਤ ਘੱਟ ਮਿਲਦੀ ਸੀ। ਸੋ ਜਿਸ ਤਰੀਕੇ ਦੇ ਨਾਲ ਆਹ ਦੇਖੋ ਜੀ, ਇੱਥੇ ਵੀ ਹਿੰਦੀ ਦੇ ਵਿੱਚ ਲਿਖਿਆ ਹੋਇਆ ਪਾਣੀ, ਕੋਲਡ ਡਰਿੰਕਸ, ਬਿਸਕੁਟ, ਚਿਪਸ, ਸੈਂਡਵਿਚ, ਹੌਟ ਡੌਗ, ਜੂਸ, ਸ਼ੇਕ ਤੇ ਹੋਰ ਬੜਾ ਕੁਝ ਲਿਖਿਆ। ਇਵੇਂ ਹੀ ਤੁਹਾਨੂੰ ਹਿੰਦੀ ਦੇ ਵਿੱਚ ਲੱਗੀਆਂ ਹੋਈਆਂ ਜਿਹੜੀਆਂ ਤਖਤੀਆਂ ਉਹ ਵੱਧ ਮਿਲਣਗੀਆਂ, ਬੋਰਡ ਵੱਧ ਮਿਲਣਗੇ ਤੇ ਇਹ ਇੱਥੇ ਹਿੰਦੀ ਦੇ ਵਿੱਚ ਲਿਖਦੇ ਆ। ਆਪਾਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਪੰਜਾਬੀ ਦੇ ਵਿੱਚ ਲਿਖੀਏ, ਇਮਾਰਤਾਂ ਨੂੰ ਸੰਭਾਲੀਏ। ਤੇ ਮੈਂ ਇੱਕ ਹੋਰ ਜਾਣਕਾਰੀ ਦੇ ਰਿਹਾ ਵੀ 1000 ਦੇ ਕਰੀਬ ਭਾਰਤ ਦੇ ਵਿੱਚ ਇਤਿਹਾਸਕ ਤੇ ਸਰਕਾਰੀ ਇਮਾਰਤਾਂ ਜਿਹੜੀਆਂ ਉਹ ਸਰਕਾਰ ਦੇ ਵੱਲੋਂ ਹੁਣ ਨਿੱਜੀ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਕੀਤੀ ਗਈ ਹੈ। ਹੈਰਾਨੀ ਹੁੰਦੀ ਹੈ ਨਾ ਕਿ ਦੇਖੋ ਸਾਡਾ ਲਾਲ ਕਿਲ੍ਹਾ ਉਹ ਡਾਲਮੀਆ ਗਰੁੱਪ ਦੇ ਕੋਲ ਆ, ਹੋਰ ਕਹਿੰਦੇ 15 ਅਗਸਤ ਤੱਕ 500 ਇਮਾਰਤਾਂ ਹੋਰ ਉਧਰ ਦੇ ਦੇਣੀਆਂ ਵੱਖ-ਵੱਖ ਨਿੱਜੀ ਹੱਥਾਂ ਦੇ ਵਿੱਚ। ਸਰਕਾਰਾਂ ਆਪਦੀ ਜ਼ਿੰਮੇਵਾਰੀ ਲਾਹ ਕੇ ਤੇ ਗਲ ਦੇ ਵਿੱਚ ਪਾ ਰਹੀਆਂ ਨਿੱਜੀ ਘਰਾਣਿਆਂ ਦੇ। ਜੇਕਰ ਉਹ ਮੁਨਾਫੇ 'ਚ ਜਾ ਸਕਦੇ ਨੇ ਚੀਜ਼ਾਂ ਦੀ ਸਾਂਭ ਸੰਭਾਲ ਕਰਕੇ ਤੇ ਸਰਕਾਰਾਂ ਕਿਉਂ ਨਹੀਂ? ਆਜੋ ਆਪਾਂ ਅਗਲੀਆਂ ਥਾਵਾਂ ਦੇਖਦੇ ਹਾਂ। ਜੱਜ ਦਾ ਵਿਚਾਰ। ਭਾਈ ਸਾਹਿਬ ਇਹ ਕਿਹੜੀ ਜਗ੍ਹਾ, ਇਹਦਾ ਨਾਂ ਕੀ ਆ? ਤੇ ਤੁਸੀਂ ਦੱਸਿਆ ਵੀ ਭਾਈ ਅੰਦਰ ਜਾਣ ਦੇ ਲਈ ਰਸਤਾ ਹੋਰ ਆ ਤੇ ਬਾਹਰ ਜਾਣ ਦੇ ਲਈ ਹੋਰ ਆ। जी देखिए, बात ऐसी है कि एक तो एक्चुअली में तो ये बहुत ही बड़ा किला महल है और जितने भी पर्यटक मॉन्यूमेंट्स है इंडिया की टॉप 10 डेस्टिनेशन में से एक यहाँ आमेर का किला भी आता है। और इसके अंदर घूमने के लिए इसके इतिहास की जानकारी करने के लिए अगर गाइड ले लिया जाए तो सबसे बेस्ट ऑप्शन रहता है, क्योंकि यहाँ पर जो इसका महत्व है, इसका जो ये एक लाइव किले महलों में से एक है जो कि अभी भी जीवंत है और आज भी इसका इतिहास, यहाँ की हिस्ट्री, यहाँ का जो आर्किटेक्चर है, यहाँ की जो कला है, इसको देश विदेश के पर्यटक खुद ही खींचे चले आते हैं देखने के लिए। तो इसको एक आप जानकारी के हिसाब से अगर देखा जाए तो गाइड के साथ में बहुत ही बेटर आप घूम सकते हैं। वो तो ठीक है, मगर हम यहाँ खड़े हैं जो, ये कौन सी जगह है? जी मैं आपको और हम किधर जा रहे हैं? तो देखिए, ये आप अभी जहाँ पर खड़े हैं इस स्थान को बोलते हैं दीवाने आम। आप जस्ट एक दीवाने आम के सामने खड़े हुए हैं, ये जो हॉल है। और आमेर किले के अंदर अब हम अभी ऑलरेडी प्रवेश कर चुके हैं। तो अभी हम शीश महल के लिए प्रस्थान करेंगे थोड़ी देर में। शीश महल अंदर बना हुआ है, जो गणेश पोल गेट है उसके मेन एंट्रेंस है। ਇਹ ਦੀਵਾਨੇ ਆਮ ਮਤਲਬ ਆਮ ਲੋਕਾਂ ਦੇ ਬੈਠਣ ਦੇ ਲਈ ਸੀ। ਜਦੋਂ ਰਾਜਾ ਮਾਨ ਸਿੰਘ ਦਾ ਦੌਰ ਸੀ, ਉਹਨਾਂ ਨੇ ਆਮ ਲੋਕਾਂ ਦੇ ਨਾਲ ਮੀਟਿੰਗਾਂ ਕਰਨ ਦੇ ਲਈ, ਆਮ ਲੋਕਾਂ ਨਾਲ ਗੱਲਬਾਤ ਕਰਨ ਦੇ ਲਈ, ਉਹਨਾਂ ਦੀ ਗੱਲਬਾਤ ਸੁਣਨ ਦੇ ਲਈ ਇਹ ਦੀਵਾਨੇ ਆਮ ਆ। ਤੇ ਦੀਵਾਨੇ ਖਾਸ ਕਿਹੜੇ ਪਾਸੇ ਆ? शीश महल का पार्ट को दीवाने खास भी बोला जाता है, जो उसका मेन चैम्बर है, हॉल है। तो उस दीवाने खास के अंदर तो राजा, मिनिस्टर, कमांडर, गेस्ट थे, जय सिंह जी प्रथम मिला करते ਖਾਸ थे। ਮਹਿਮਾਨ ਜਿਹੜੇ हाँ, जो भी गेस्ट हैं उनसे तो राजा खास महलों में ही मिला करते थे। जो आम जनता है उनके लिए आम जनता दरबार, कोर्ट हॉल या दीवाने आम लगाया जाता था, जहाँ उनकी सुनवाई होती थी। अलग अलग जो भी कुछ प्रॉब्लम होती थी उसका सोल्यूशन किया ਹੁਣ ਸ਼ੀਸ਼ ਮਹਿਲ ਦਿਖਾਓ ਜੀ, ਆਜੋ। ਇਹ ਜੀ ਅਸੀਂ ਹੁਣ ਸ਼ੀਸ਼ ਮਹਿਲ ਦੇ ਵੱਲ ਵੱਧ ਰਹੇ ਹਾਂ ਤੇ ਆਹ ਦੇਖੋ ਜੀ ਕਿੰਨਾ ਸੋਹਣਾ ਨਕਾਸ਼ੀ ਦੇ ਕੈਸੇ ਨਮੂਨੇ ਆ ਵੀ ਕਿਆ ਇਹਦੇ ਉੱਤੇ ਮੂਰਤਾਂ ਵਾਹੀਆਂ, ਕੈਸੇ ਫੁੱਲ ਬੂਟੇ ਆ। ਜਿਵੇਂ ਜਿਵੇਂ ਨੇੜੇ ਜਾਂਦੇ ਆ ਤੇ ਉਵੇਂ ਉਵੇਂ ਪਤਾ ਲੱਗਦਾ ਜੀ ਕਿ ਉਦੋਂ ਕਿੰਨੀ ਮਿਹਨਤ ਕੀਤੀ ਹੋਊਗੀ। ਤੇ ਉਹ ਮਿਹਨਤ ਕਰਨ ਵਾਲੇ ਲੋਕਾਂ ਨੂੰ ਵੀ ਸਲਾਮ ਆ ਤੇ ਜਿਨ੍ਹਾਂ ਨੇ ਸੰਭਾਲਿਆ ਉਹਨਾਂ ਨੂੰ ਉਸ ਤੋਂ ਵੀ ਵੱਧ ਸਲਾਮ ਆ। ਤੁਸੀਂ ਦੇਖੋ ਵੀ ਨਿੱਕੀਆਂ ਨਿੱਕੀਆਂ ਜਾਲੀਆਂ ਕਿਵੇਂ ਵਿੱਚ ਇਹਦੇ ਮੋਰੀਆਂ, ਕਿਵੇਂ ਹਵਾ ਦੇ ਲਈ ਪ੍ਰਬੰਧ ਕੀਤਾ ਗਿਆ ਉਸ ਵੇਲੇ, ਕਿਸ ਤਰੀਕੇ ਦੇ ਨਾਲ ਉਦੋਂ ਮੌਕੇ ਦੇ ਮੁਤਾਬਕ ਸਾਰੇ ਕੁਝ ਦਾ ਪ੍ਰਬੰਧ ਕੀਤਾ ਗਿਆ ਹੋਊਗਾ। ਆਹ ਦੇਖੋ ਜੀ, ਆਹ ਸਾਰੀ ਮੀਨਾਕਾਰੀ ਹੈ ਨਾ ਜਿਹੜੀ, ਇਹ ਕਮਾਲ ਦੀ ਚੀਜ਼ ਆ ਇਹ। ਤੇ ਇਹ ਬਹੁਤ ਸਾਰੀਆਂ ਥਾਵਾਂ ਤੋਂ ਲੋਕ ਆ ਜਿਹੜੇ ਉਹ ਆਏ ਹੋਏ ਆ, ਵੱਖ-ਵੱਖ ਸੂਬਿਆਂ ਤੋਂ, ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਲੋਕ ਆਉਂਦੇ ਆ। ਇੱਥੇ ਮੈਂ ਦੱਸਦਾ ਜੀ ਕਿ ਜਿਹੜਾ ਤਾਂ ਭਾਰਤੀ ਨਾਗਰਿਕ ਆ ਉਹਦੇ ਲਈ 100 ਰੁਪਏ ਟਿਕਟ ਆ, ਜਿਹੜਾ ਕੋਈ ਵਿਦੇਸ਼ੀ ਨਾਗਰਿਕ ਆ ਉਹਦੇ ਲਈ 500 ਰੁਪਏ ਟਿਕਟ ਆ। ਮੈਂ ਸਹੀ ਕਹਿ ਰਿਹਾ ਜੀ? जी बिल्कुल सही। ਹਾਂਜੀ। ਤੇ ਜਿਹੜੇ ਇੱਥੇ ਗਾਈਡ ਆ ਉਹ ਤੁਸੀਂ ਕਿੰਨੇ ਲੋਕ ਆਏ ਹੋਏ ਆ ਇਹ ਉਹਦੇ ਆਧਾਰ ਦੇ ਉੱਤੇ ਆ। ਜੇਕਰ ਤੁਸੀਂ ਮੇਰੇ ਖਿਆਲ 4 ਜਾਣੇ ਆ ਫਿਰ 600। जी मैं बताता हूँ। देखिए, बड़ों का तो टिकट 100 रुपीज़ है, स्टूडेंट का 20 रुपये है, जो 7 वर्ष के नीचे के बच्चे हैं उनका फ्री है, उनका कोई चार्ज नहीं लिया जाता। और जो फॉरेनर्स है उनका टूरिस्ट का 500 रुपये है एडल्ट्स का, और जो स्टूडेंट्स फॉरेनर्स है उनका 150 समथिंग है। और जो गाइड्स की रेट्स है वो 1 से 4 जनों की 400 है, 5 से 15 की 600 और 16 से 35 की 1000 रुपये फ़ीस ली जाती है, जो कि ऑथोराइज लाइसेंस गाइड होता है। और मेरी यही विनती है, प्रार्थना है कि सभी ऑथोराइज गाइड करें तो एक ऑथेंटिक गाइड से आपको ऑथेंटिक जानकारी मिलेगी। ਬਿਲਕੁਲ ਸਹੀ, ਆਜੋ।
ਇਹ ਜੀ ਅਸੀਂ ਸ਼ੀਸ਼ ਮਹਿਲ ਦੇ ਅੱਗੇ ਇਸ ਵੇਲੇ ਖੜੇ ਆ। ਆ ਦੇਖੋ ਜੀ, ਸ਼ੀਸ਼ ਮਹਿਲ ਦਾ ਨਾਂ ਇਸ ਕਰਕੇ ਸ਼ੀਸ਼ ਮਹਿਲ ਹੈ ਕਿਉਂਕਿ ਇਹ ਕੱਚ ਦਾ ਮਹਿਲ ਹੈ। ਕਹਿਣ ਦਾ ਭਾਵ ਤੁਸੀਂ ਅੰਦਰ ਜਾ ਕੇ ਦੇਖੋਗੇ ਕੱਚ ਦੇ ਨਾਲ ਹੀ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ, ਸਾਰਾ ਕੁਝ ਕੱਚ ਦਾ। ਅੰਦਰ ਤੁਹਾਨੂੰ ਥਾਂ ਥਾਂ ਦੇ ਉੱਤੇ ਜਿਵੇਂ ਨਗਾਂ ਦੇ ਰੂਪ ਦੇ ਵਿੱਚ ਤੁਹਾਨੂੰ ਕੱਚ ਲੱਗਿਆ ਹੋਇਆ ਮਿਲੂਗਾ ਤੇ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਕੋਈ ਤੁਸੀਂ ਕਮਰੇ ਦੇ ਵਿੱਚ ਕੱਚ ਟੰਗਿਆ ਹੋਇਆ। ਇਹ ਬਹੁਤ ਸੋਹਣਾ ਨਮੂਨਾ। ਆ ਦੇਖੋ ਜੀ, ਛੱਤਾਂ ਕੈਸੀਆਂ ਕਮਾਲ ਦੀਆਂ। ਇਧਰਲੇ ਪਾਸੇ ਦੇਖੋ ਜੀ, ਆ ਦੇਖੋ ਜੀ, ਥਾਂ ਥਾਂ ਤੇ ਜਿਹੜਾ ਕੱਚ ਹੈ ਨਾ ਉਹ ਇਮਾਰਤ ਦੇ ਵਿੱਚ ਕਿਵੇਂ ਫਿੱਟ ਕੀਤਾ ਹੋਇਆ। ਆ ਦੇਖੋ, ਇਹ ਸ਼ੀਸ਼ਾ ਹੀ ਸ਼ੀਸ਼ਾ ਸਾਰਾ। ਇਹ ਸ਼ੀਸ਼ ਮਹਿਲ ਮੇਰੇ ਖਿਆਲ ਵੀ ਆਪਣੇ ਵੇਲੇ ਦੀ ਬਹੁਤ ਵੱਡੀ ਜ਼ਬਰਦਸਤ ਕਾਰੀਗਰੀ ਹੋਣੀ ਹੈ ਇਹ, ਤੇ ਉਹ ਪਤਾ ਨਹੀਂ ਕਿੰਨੇ ਕੁ ਮਹਾਨ ਜਿਹੜੇ ਕਾਰੀਗਰ ਹੋਣਗੇ ਜਿਨ੍ਹਾਂ ਦੇ ਵੱਲੋਂ ਇਹ ਬਣਾਇਆ ਗਿਆ ਹੋਊਗਾ। जी, इस महल को बनवाने वाले कारीगर एक्चुअली में यहाँ जयपुर राजस्थान से ही नहीं आए थे, बल्कि देश विदेश से बुलाए गए थे, यानी कि ईरान पर्शिया से भी बुलाए गए थे। और ये जो आप कला आर्ट देख रहे हैं, ये टोटल मुग़ल इस्लामिक या जो पर्शियन वास्तुकला है उसका कॉम्बिनेशन है। तो हिंदू और मुग़ल तो है ही, प्लस पर्शियन विदेशी कला का भी इस्तेमाल यहाँ पर किया गया था। और ये 350 साल पहले जो राजा जयसिंह जी प्रथम थे, उन्होंने अपने रेजिडेंस के रूप में इस महल को बनवाया था। तो दोनों तरफ इनके 2 बेडरूम बने हुए थे रानियों के। बीच वाला जो हॉल है वो दीवाने खास का है, जहाँ मिनिस्टर कमांडर। तो वो देख सकते हैं हम? हाँ, ये सामने आपके देखें दीवाने खास है। ਇਹ ਦੀਵਾਨੇ ਖਾਸ ਆ, ਜਿੱਥੇ ਉਹ ਆਪਣੇ ਮੁੱਖ ਜਿਹੜੇ ਆ ਮਹਿਮਾਨ ਜਿਹੜੇ ਵੱਡੇ ਉਹਨਾਂ ਦੇ ਨੇੜਲੇ ਹੋਣਗੇ ਜਾਂ ਮਹੱਤਵਪੂਰਨ ਅਹੁਦਿਆਂ ਵਾਲੇ ਹੋਣਗੇ ਜਾਂ ਉਹਨਾਂ ਦੇ ਖਾਸ ਮਹਿਮਾਨ ਜਿਹਨਾਂ ਨੂੰ ਕਹਿ ਸਕਦੇ ਆ, ਇਹ ਇੱਥੇ ਮਿਲਦੇ ਸੀ। ਇਹ ਦੀਵਾਨੇ ਖਾਸ ਆ, ਉਹ ਦੀਵਾਨੇ ਆਮ ਸੀ ਜੋ ਅਸੀਂ ਦਿਖਾਇਆ। ਇਧਰ ਬੈੱਡਰੂਮ ਵੀ ਆ ਰਾਣੀਆਂ ਦੇ, ਇਹਨਾਂ ਨੇ ਦੱਸਿਆ। ये जो सामने आप देख रहे हैं विंटर बेडरूम तो लकड़ी के गेट वाला देख रहे हैं, और समर बेडरूम ग्लास कांच के गेट वाला देख रहे हैं। तो ये क्योंकि उस जमाने में हीटर या गीजर नहीं हुआ करते खोलते थे, नहीं है। एसी नहीं हुआ करते थे, इसलिए सर्दी और गर्मी के अलग अलग महल अलग अलग सीजनों में काम लिए ये जाते जो थे। बेडरूम है ये खोलते नहीं है। वो खोलने के कारण ये है क्योंकि बिकॉज इसको लोग डैमेज करते थे, नाम लिखते हैं लोग। यहाँ पर्यटक जो है सुकून से देखने वाले भी आते हैं। कुछ एक पर्यटकों के कारण, उनकी गलती के कारण इनके लिए महलों को बंद कर दिया गया अंदर से, जिससे कि वो जो मुख्य महल है वो बाहर से ही विजिट कर सकते हैं, लेकिन अंदर का जो है बाहर से बहुत ईजिली व्यू विजिबल है और देख भी सकते हैं। जी ਜੱਜ ਦਾ ਵਿਚਾਰ। भाई ਇਹ ਕੀ ਚਵੱਚਾ ਜਾਂ ਕੀ ਬਣਿਆ ਹੋਇਆ ਵੀ ਇਹ ਕੀ ਚੀਜ਼ ਹੈ ਇਹ? देखिए, ये है जकूजी बाथ टब। तो ये पूरा बिकॉज लेडीज़ महल था, जेंट्स अलाउड नहीं थे। हाँ। तो उस ज़माने में ये एक जकूजी टाइप का बनवाया था, जहाँ गर्म ठंडे पानी का हमाम है, जहाँ रानियाँ नहाती थी। तो ये 16वीं सदी की बात है। ये 400 साल पुराना महल का पार्ट है। इसको मानसिंह महल का पार्ट बोला जाता है, जो हरम का भी पार्ट है। तो इसमें ये नहाने के लिए जकूजी है, ठंडे गर्म पानी का हमाम है, और गर्मियों में ਅਸੀਂ ਇਹ ਵੀ ठंडा पानी। ਸੁਣਿਆ ਕਿ ਜੋ 12 ਰਾਣੀਆਂ ਸੀ ਉਹਨਾਂ ਦੇ ਕਮਰਿਆਂ ਦੇ ਵੱਲ ਆਉਣ ਦੇ ਲਈ ਰਾਜੇ ਦਾ ਉਹ ਰਸਤਾ ਸੀ, ਪਰ ਇਧਰੋਂ ਉਧਰਲੇ ਪਾਸੇ ਜਾਣ ਦਾ ਕੋਈ ਰਸਤਾ ਨਹੀਂ ਸੀ। ਇਹ ਗੱਲ ਸੱਚ ਆ? यहाँ पर देखिए, ये पूरा महल भूलभुलैया टाइप का है। तो वैसे राजा ने ऊपर की तरफ एक कॉरिडोर टाइप का बना रखा था, जो कि सभी रूम से अटैच था, रानियों के रूम से। तो राजा उन कॉरिडोर का इस्तेमाल रानियों से मिलने के लिए करते थे। तो राजा जैसे कि पहली रानी से मिल लिए, उसके बाद में उनकी इच्छा हुई कि दूसरी रानी से नहीं मिल रहा, तीसरी रानी से नहीं मिल रहा, तो उस कॉरिडोर का इस्तेमाल करते थे। और वो कॉरिडोर में गेट लगे हुए रहते थे, तो वो कॉरिडोर से ही राजा आना जाना करते थे सभी रानियों के रूम में। तो डायरेक्टली वो 5वीं 6ठी या जो भी किसी रानी से मिलने की इच्छा हो, उनके पास में पहुंच जाते थे। ਅੱਛਾ, ਪਰ ਇਧਰੋਂ ਰਾਣੀ ਨਹੀਂ ਉਧਰ ਜਾ ਸਕਦੀ ਸੀ? वैसे तो वो क्या है कि दिन के टाइम में तो सभी से यहाँ बारादरी का एक स्थान है, जहाँ पर मिला करते थे रानियों से। बाकी तो यहाँ पर क्या है कि राजा, ऐसा बताया जाता है कि ज्योतिष भी थे। तो जैसे 12 नाम की राशियाँ होती है, ऐसे 12 राशियों की नाम राशि की अलग अलग रानियाँ थी, जिसमें नाम राशि के रानी जिस महीने सूर्य चांद या अलग अलग ग्रह नक्षत्र रहता था, उस मंथ राजा उस रानी के साथ बिताते थे। क्योंकि जैसे सूर्य 12 राशियों में एक साल में विचरण करते हैं, एक महीने में एक राशि में स्टे करते हैं, ऐसे ही राजा 12 रानियों के साथ में एक एक महीना बिताया करते थे। ਬਾਕੀ ਤਾਂ ਚਲੋ ਸਭ ਠੀਕ ਆ, ਪਰ ਅਸੀਂ ਨਾ ਮੈਨੂੰ ਲੱਗਦਾ ਵੀ ਰਾਜਾ ਸਾਹਿਬ ਜਿਹੜੇ ਉਹ ਵਹਿਮ ਭਰਮ 'ਚ ਯਕੀਨ ਵੱਧ ਰੱਖਦੇ ਸੀਗੇ, ਜੋਤਿਸ਼ ਦੇ ਵਿੱਚ, ਹੋਰ ਗੱਲਾਂ ਦੇ ਵਿੱਚ। ਤੇ ਸਾਡੇ ਚੈਨਲ ਦੇ ਉੱਤੇ ਨਾ ਥੱਲੇ ਲਿਖਿਆ ਹੁੰਦਾ ਵੀ ਹਮ ਐਸੀ ਐਡਵਰਟਾਈਜ਼ਮੈਂਟ ਨਹੀਂ ਚਲਾਤੇ। ਚਲੋ ਕੋਈ ਗੱਲ ਨਹੀਂ, ਆ ਜਾਓ।
ये है कमरा, रानी का कमरा, बेडरूम। ਇਹ ਕੀ एक ਰਾਣੀ बार ਦਾ वो ਨਾਂ भी ਕੀ आ ਸੀ जाए। ਜੀ? ये सभी रानियों के वैसे जो मेन हेड रानी होती थी ना, पटरानी, उसका नाम कनकावती होता था। कड़ी? कनकावती मेन हेड रानी, पटरानी। बाकियों रानियों के इतने कुछ नाम प्रसिद्ध नहीं है, क्योंकि उस जमाने में लेडीज़ को इतना बराबरी का दर्जा नहीं था आजकल के ਤੇ तरह। ਕਮਰੇ ਤਾਂ ਅੱਡ-ਅੱਡ ਹੋਣਗੇ ਰਾਣੀਆਂ ਦੇ ਅਲੱਗ-ਅਲੱਗ? हाँ, विंटर के नीचे है, समर के ऊपर है, और सेपरेट रूम है, तो क्योंकि फिर तो ये 12 रूम होंगे ऐसे, है तो ना? 12 तो रानियां रहती थी, इसके अलावा दासियां रहती थी, इसके अलावा कॉन्क्यूबाइन यानी कि जो अनऑफिशियल वाइफ है उनके भी अपार्टमेंट थे, और यहाँ पर किन्नर पहरेदार गार्ड भी रहते थे, क्योंकि ये हरम है, लेडीज़ पैलेस था, जेंट्स यहाँ पर बिल्कुल भी अनुमति नहीं थी। ਜਿਹੜਾ ਇਹ ਕਮਰਾ ਜੀ ਇਹ पटरानी ਦਾ ਕਮਰਾ ਬਿਲकुल जी? नहीं, यहाँ पर हाँ इसी टाइप का जो है एक कमरा है, और ऐसे ही पटरानी का भी कमरा सेम बना हुआ है जी। 12 रानियों के ऐसे ਇਹ ही ਕਮਰਾ 12 ਜੀ ਹੁਣ ਇਹਦੇ ਵਿੱਚ ਲਾਈਟ ਦਾ ਪ੍ਰਬੰਧ ਨਹੀਂ ਆ, ਅੰਦਰ ਹਨੇਰਾ ਤੁਹਾਨੂੰ ਦਿਖੂਗਾ, ਪਰ ਗੱਲ ਇਹ ਵੀ ਇਦਾਂ ਦੇ ਰੂਮ ਹੁੰਦੇ ਸੀ, ਇਹੋ ਜਿਹੇ ਰੂਮ ਸੀਗੇ। ਚਲੋ ਹੁਣ ਤਾਂ ਇਹਨਾਂ ਦੀ ਕੋਈ ਸਜਾਵਟ ਉਵੇਂ ਨਹੀਂ ਦਿਸਦੀ, ਪਰ ਜਦੋਂ ਇਹ ਹੋਊਗਾ ਤੇ ਉਦੋਂ ਬਹੁਤ ਕਮਾਲ ਦਾ ਕਮਰਾ ਹੋਊਗਾ। ਤੇ ਇਹਦੇ ਵਿੱਚ ਮੁੱਖ ਰਾਣੀ ਰਹਿੰਦੀ ਸੀ ਤੇ ਬਾਕੀ ਉਹਦੀਆਂ ਸਹੇਲੀਆਂ ਸਖੀਆਂ ਜਿਹੜੀਆਂ ਉਹ ਇੱਥੇ ਹੀ ਆ ਕੇ ਮੁਲਾਕਾਤ ਕਰ ਲੈਂਦੀਆਂ ਸੀ। ਤੇ ਇਹ ਕਿਹੜਾ ਰੂਮ ਆ ਜੀ? ये दासी का अपार्टमेंट है। ਇਹ ਦਾਸੀ ਦਾ मेड होती थी, सर्वेंट होती थी, ਜੀ, उनका अपार्टमेंट। ਜਿਹੜੀ ਉਹਦੀ ਸਹਿਯੋਗੀ ਸੀ, ਜਿਹੜੀ ਉਹਦੀ ਸੇਵਾਦਾਰ ਸੀ, ਇਹ ਉਹਦਾ ਕਮਰਾ ਤੇ ਇਹਦਾ ਤਾਲਾ ਲੱਗਾ ਰਹਿੰਦਾ ਜੀ। हाँ, ये ताले तो सुरक्षा की दृष्टि से लगाए गए हैं, क्योंकि यहाँ पर कई उत्पात मचाने वाले और कुछ ऐसे पर्यटक आते हैं कि जो कि ये पर्यटन स्थल को खराब करते हैं, यहाँ नाम लिखते हैं, दीवारें खराब करते हैं, और सिक्योरिटी पर्पज से भी कुछ एक रूम्स को बंद किया गया है। ਬਿਲਕੁਲ ਠੀਕ ਆ। ਜੱਜ ਦਾ ਵਿਚਾਰ। हाँ जी, आ लिखा हुआ है जी, तुलसी भारत के अनेक लोगों की धार्मिक ते दैनिक दिनचर्या में तुलसी के पौधे का विशेष महत्व है। मतलब ये भी तुलसी के पौधे ਨੂੰ ਅਸੀਂ ਘਰਾਂ ਦੇ ਵਿੱਚ ਵੀ ਲਾਉਨੇ, ਗਮਲੇ ਦੇ ਵਿੱਚ ਵੀ ਲਾਉਨੇ ਆ, ਤੇ ਇਹ ਤੁਲਸੀ ਦੇ ਬਾਰੇ ਜਾਣਕਾਰੀ ਆ। ਤੁਹਾਡੇ ਕੋਲੇ ਕੀ ਜਾਣਕਾਰੀ ਹੈ ਜੀ ਇਹਦੇ ਬਾਰੇ? तो ये तुलसी का पौधा तो खैर नया है, ये टाइम टू टाइम रिप्लेस होता रहता है, लेकिन 16वीं सदी में ऐसा बताया जाता है कि यहीं इसी स्थान में 12 रानियाँ सुबह शाम पूजा किया करती थी, तुलसी के देवरे के साथ चक्कर लगाती थी और तुलसी के भजन गाती थी। ये तुलसी का आंगन बना हुआ है यहाँ पर। ਅੱਛਾ ਜੀ, ਮਤਲਬ ਇਸ ਚੀਜ਼ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ, ਨਿੱਕੀ ਨਿੱਕੀ ਚੀਜ਼ ਨੂੰ ਸੰਭਾਲ ਕੇ ਰੱਖਿਆ ਹੋਇਆ। ਇਹ ਦਿਖਾਉਣ ਦਾ ਮਕਸਦ ਸਿਰਫ ਇਹ ਆ ਵੀ ਹਰ ਚੀਜ਼ ਦੀ ਕਦਰ ਕੀਤੀ ਗਈ ਆ, ਉਹਨੂੰ ਸੰਭਾਲਿਆ ਗਿਆ। ਟਿਕਟ ਭਾਵੇਂ ਲਾਈ ਗਈ ਆ, ਪਰ ਉਸ ਚੀਜ਼ ਦੀ ਸੰਭਾਲ ਵੀ ਕੀਤੀ ਗਈ ਆ। ਫਿਰ ਮੈਂ ਬੇਨਤੀ ਇਹ ਕਰਦਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਕਈ ਦੇਖਣਯੋਗ ਥਾਵਾਂ ਹੈਗੀਆਂ ਜਿਹੜੀਆਂ ਕਿ ਖੰਡਰ ਬਣ ਗਈਆਂ ਜਾਂ ਬਣ ਰਹੀਆਂ, ਉਹਨਾਂ ਨੂੰ ਵੀ ਸੰਭਾਲਿਆ ਜਾ ਸਕਦਾ। ਉੱਥੇ 20-50 ਰੁਪਏ ਜੇਕਰ ਟਿਕਟ ਲੱਗ ਜੇ ਤਾਂ ਬਹੁਤ ਵਧੀਆ ਰਹੂਗਾ। ਰੁਜ਼ਗਾਰ ਕਿੰਨੇ ਲੋਕਾਂ ਨੂੰ ਮਿਲਿਆ। ਦੇਖੋ ਅਸੀਂ ਜਦੋਂ ਹੁਣ ਇੱਥੇ ਸਾਰੇ ਸੱਜਣ ਆਏ ਆ, 1040 ਰੁਪਏ ਇਸ ਗਾਈਡ ਸਾਹਿਬ ਦੇ ਹੈਗੇ ਆ, ਇਹਨਾਂ ਨੇ ਪ੍ਰਤੀ ਵਿਅਕਤੀ ਦੇ ਹਿਸਾਬ ਦੇ ਨਾਲ ਹੁੰਦੇ ਆ। ਫਿਰ ਇੱਥੇ ਅੰਦਰ ਆਉਣ ਦੀ ਟਿਕਟ ਵੀ ਹੈਗੀ ਆ। ਕਿੰਨੇ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਬਣਦੀਆਂ ਇਹ ਇਮਾਰਤਾਂ। ਨਾਲੇ ਸਾਡੇ ਕੋਲ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਹੁੰਦੀ ਆ, ਨਾਲੇ ਕਈਆਂ ਦਾ ਰੁਜ਼ਗਾਰ ਚੱਲਦਾ, ਕਈਆਂ ਨੂੰ ਕੁਝ ਦੇਖ ਕੇ ਸਿੱਖਣ ਦਾ ਮੌਕਾ ਮਿਲਦਾ ਕਿ ਭਾਈ ਆਹ ਕੁਝ ਇਵੇਂ ਹੈ। ਅੱਜ ਰਾਣੀਆਂ ਦੇ ਕਮਰੇ ਆ ਤੇ ਗੰਦੇ ਆਸ਼ਕ ਇੱਥੇ ਵੀ ਆ ਗਏ ਆ। ਮੇਰੇ ਕਹਿਣ ਦਾ ਭਾਵ ਇਹ ਵੀ ਅਸੀਂ ਕਹਿੰਦੇ ਹੁੰਦੇ ਨਾ ਵੀ ਵੱਖ-ਵੱਖ ਥਾਵਾਂ ਤੇ ਕਦੇ ਸਫਾਈ ਤੇ ਦਿਲ ਬਣਾਤਾ, ਕਦੇ ਕਿਤੇ ਪ੍ਰੀਤੋ ਲਿਖਤਾ, ਕਦੇ ਜੀਤੀ ਲਿਖਤਾ, ਕਦੇ ਸਰਕਾਰੀ ਬਾਥਰੂਮ ਦੇ ਵਿੱਚ ਸ਼ਿੰਦੀ ਲਿਖਤਾ, ਵੀ ਇਦਾਂ ਦਾ ਕੰਮ ਇਹ ਇੱਥੇ ਵੀ ਕਰ ਗਏ ਆ। ਆਹ ਦੇਖੋ ਜੀ, ਆਹ ਨਵੇਂ ਦੌਰ ਦਾ ਯੂਸਫ ਕੋਈ ਆਇਆ ਹੋਣਾ, ਉਹਨੇ ਇੱਥੇ ਆਪਦਾ ਦਿਲ ਬਣਾ ਲਿਆ। ਇਹ ਕੋਈ ਅਮਜਦ ਸਾਹਿਬ ਨੇ ਜਿਨ੍ਹਾਂ ਨੇ ਕੋਈ ਆਪਦੀ ਆਸ਼ਕੀ ਦਾ ਨਮੂਨਾ ਪੇਸ਼ ਕੀਤਾ ਇੱਥੇ। ਉਹਦੇ ਦਿਲ 'ਚ ਤੀਰ ਤੂਰ ਵੱਜੇ ਇੱਥੇ ਵੀ। ਤੇ ਆਹ ਦੇਖੋ ਜੀ, ਸਾਰਾ ਕੁਛ ਥੱਲੇ ਨਾ ਉਹ ਬਚਪਨ ਦੇ ਵਿੱਚ ਕੁਝ ਊੜਾ-ਆੜਾ ਲਿਖਣ ਵੱਲੋਂ ਰਹਿ ਗਿਆ ਸੀ ਉਹਦਾ, ਉਹਨੇ ਸਾਰਾ ਕੁਝ ਇਹਨਾਂ ਨੇ ਇੱਥੇ ਲਿਖਤਾ। ਇਹਦੇ ਕਰਕੇ ਕਈ ਥਾਵਾਂ ਨੂੰ ਤਾਲੇ ਲੱਗੇ ਆ, ਇਹਨਾਂ ਲੋਕਾਂ ਦੇ ਕਰਕੇ ਹੀ। ਮਤਲਬ ਜੇਕਰ ਕੋਈ ਦੇਖਣਯੋਗ ਥਾਵਾਂ ਉਹਨਾਂ ਨੂੰ ਦੇਖੋ, ਮਾਣੋ ਤੇ ਜਾਓ। ਗੱਲ ਤਾਂ ਸਿਰਫ ਇੰਨੀ ਆ, ਪਰ ਆਪਾਂ ਟਲਦੇ ਨਹੀਂ। ਆਹ ਦੇਖੋ ਜੀ, ਆਹ ਪਿਚਕਾਰੀ ਇੱਥੇ ਵੀ ਵੱਜੀ ਆ। ਕੋਈ ਖਾ ਕੇ ਪਾਣ ਪੂਣ ਆ ਜਿਹੜਾ, ਉਹ ਇੱਥੇ ਪਿਚਕਾਰੀਆਂ ਛੱਡ ਗਿਆ। ਤੇ ਜੇ ਰਾਜਾ ਮਾਨ ਸਿੰਘ ਹੁੰਦਾ ਫਿਰ ਬਣਾਉਂਦਾ ਬੰਦੇ। ਵੀ ਆਹ ਦੇਖੋ, ਇੱਧਰ ਦੇਖ ਲਓ, ਆਹ ਦਿਲਰਾਜ ਆ ਕੋਈ, ਇਹ ਵੀ ਆਪਦੇ ਪਿਆਰ ਨੂੰ ਅਮਰ ਕਰਨ ਲਈ ਇੱਥੇ ਆਇਆ ਕੋਈ। ਵੀ ਜਿੱਥੇ ਕੰਧ ਮਿਲੇ ਆਪਾਂ ਨੂੰ, ਆਪਾਂ ਛਾ ਜਾਣਾ। ਆ ਰੋਹਿਤ ਦਾ ਕਿਸੇ ਨਾਲ ਚੱਕਰ ਪੈ ਗਿਆ ਕੋਈ। ਮਤਲਬ ਕਹਿਣ ਦਾ ਇਹ ਕਿ ਆਪਾਂ ਹਟਣਾ ਨਹੀਂ, ਹਰਕਤ ਪੇਸ਼ ਕਰਾਂਗੇ। ਆਪਾਂ ਨਹੀਂ ਟਲਣ ਵਾਲੇ ਬੰਦੇ। ਆ ਲਓ ਇੱਧਰ ਆਪਾਂ ਤਾਂ ਪ੍ਰਿਯੰਕਾ ਨੂੰ ਕੁਛ ਹੋ ਗਿਆ ਇੱਧਰਲੇ ਪਾਸੇ, ਪ੍ਰਿਯੰਕਾ, ਸ਼ਾਰਦਾ, ਨੀਹਾ ਬੀਬੀਆਂ ਜਿਹੜੀਆਂ। ਤੇ ਆ ਲਓ ਪਤਾ ਨਹੀਂ ਉਹ ਆ ਕੋਈ ਤਾਂ ਕਿਰਲੀ ਵਾਂਗੂ ਚੜਿਆ, ਇੱਥੇ ਬੂਟਾਂ ਦੇ ਨਕਸ਼ੇ ਬਣੇ ਆ। ਗੱਲ ਭਾਈ ਇਹ ਆ ਵੀ ਸਿਰਫ ਤੇ ਸਿਰਫ ਕਿ ਦੇਖਣਯੋਗ ਜਿਹੜੀਆਂ ਥਾਵਾਂ ਨੇ ਉਹਨਾਂ ਨੂੰ ਦੇਖੀਏ, ਮਾਣੀਏ, ਸਿੱਖੀਏ, ਸਮਝੀਏ ਤੇ ਜਾਈਏ। ਤੇ ਪਰ ਇਦਾਂ ਦੀਆਂ ਗੱਲਾਂ ਆਪਾਂ ਕਰਨੋਂ ਹਟਦੇ ਨਹੀਂ। ਆ ਅਸੀਂ ਉੱਪਰ ਛੱਤ ਦੇ ਉੱਤੇ ਆ, ਇਹਦੇ ਉੱਪਰ ਵੀ ਇੱਕ ਛੱਤ ਹੈਗੀ ਆ, ਮਤਲਬ ਅਸੀਂ ਪਹਿਲੀ ਮੰਜ਼ਿਲ ਦੇ ਉੱਤੇ ਆ।
ਇਹ ਦਾਸੀਆਂ ਦੇ ਕਮਰੇ ਆ ਜਾਂ ਪਤਾ ਨਹੀਂ ਜਿਵੇਂ ਵੀ ਸਾਨੂੰ ਗਾਈਡ ਕੀਤਾ ਗਿਆ ਇਹ ਉਵੇਂ ਆ। ਆ ਬਰਾਬਰ ਛੱਤਾਂ, ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਹੋਏ ਆ ਜਿਹੜੇ ਦੱਸਦੇ ਵੀ ਭਾਈ ਕਿਵੇਂ ਕਿਵੇਂ ਆ, ਕੀ ਕੀ ਕੁਝ ਦੇਖਣ ਨੂੰ ਮਿਲਦਾ। ਪਰ ਇਹ ਦੇਖੋ ਆਲੇ ਦੁਆਲੇ ਪਹਾੜ ਆ। ਮੇਰੇ ਬੇਨਤੀ ਹੈ ਕਿ ਕਲੋਜ਼ ਕਰਕੇ ਦਿਖਾ ਦਿਓ ਮਾੜਾ ਜਿਹਾ। ਉਧਰਲੇ ਪਾਸੇ ਪੂਰੀ ਕੰਧ ਕੱਢੀ ਹੋਈ ਆ, ਉੱਪਰ ਕੰਧਾਂ, ਕਿਲੇਬੰਦੀ ਕਿਵੇਂ ਕੀਤੀ ਹੋਈ ਆ ਵੀ ਕੋਈ ਹਮਲਾ ਨਾ ਹੋਵੇ, ਕੋਈ ਹੋਰ ਜਿਹੜਾ ਰਾਜਾ ਉਹ ਇੱਧਰ ਕੋਈ ਸੈਨਿਕ ਕੋਈ ਹਮਲਾ ਨਾ ਕਰੇ, ਕੋਈ ਇਦਾਂ ਦੇ ਪ੍ਰਬੰਧ ਉਹਨਾਂ ਨੇ ਅਗਾਊਂ ਕੀਤੇ ਸੀਗੇ। ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਵੀ ਜਿਹੜੇ ਨਕਸ਼ੇ ਅਸੀਂ ਅੱਜ ਆਪਣੇ ਘਰਾਂ ਦੇ ਬਣਾਉਂਦੇ ਆ, ਜਿਵੇਂ ਕਿ ਸੁਰਜੀਤ ਬਾਈ ਨੇ ਹੁਣੇ ਗੱਲ ਕੀਤੀ, ਉਹ ਕਹਿੰਦੇ ਦੇਖੋ ਯਾਰ ਇਹਨਾਂ ਨੇ ਪਹਿਲਾਂ ਹੀ ਆਹ ਡਿਜ਼ਾਈਨ ਬਣਾ ਛੱਡੇ ਹੋਏ ਆ, 300 350 ਸਾਲ ਪਹਿਲਾਂ ਹੀ ਉਹ ਨਮੂਨੇ ਪਾ ਕੇ ਛੱਡੇ ਹੋਏ ਆ ਜਿਹੜੇ ਕਿ ਅਸੀਂ ਅੱਜ ਪਾਉਨੇ ਆ। ਜਿਹੜੇ ਅਸੀਂ ਅੱਜ ਪੱਥਰ ਲਾਉਨੇ ਆ, ਇਹ ਪੱਥਰ ਲਾ ਕੇ 300-350 ਸਾਲ ਪਹਿਲਾਂ ਉਹਨਾਂ ਨੇ ਛੱਡੇ ਹੋਏ ਆ। ਇਹ ਉਹਨਾਂ ਦੇ ਲਈ ਬੜੀ ਪੁਰਾਣੀ ਗੱਲ ਸੀਗੀ ਤੇ ਸਾਡੇ ਲਈ ਇਹ ਗੱਲਾਂ ਨਵੀਆਂ ਹੋ ਸਕਦੀਆਂ। ਇਹ ਮੀਨਾਕਾਰੀ, ਇਹ ਨਮੂਨੇ ਜਿਹੜੇ ਉਹ ਉਹਨਾਂ ਨੇ ਬਹੁਤ ਦੇਰ ਪਹਿਲਾਂ ਦੇ ਆਪਣੇ ਕਾਰੀਗਰਾਂ ਦੇ ਨਾਲ ਇਦਾਂ ਦੀ ਸਾਂਝ ਪਾਈ ਆ। ਜੱਜ ਦਾ ਵਿਚਾਰ। ਇਹ ਆਹ ਕੜਾਏ ਤੁਸੀਂ ਦੇਖ ਰਹੇ ਆ, ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਦਿਖਾ ਦਿੱਤਾ ਜਾਵੇ। ਇਹ ਜਿਹੜੇ ਕੜਾਏ ਆ ਇਹ ਰਾਜੇ ਦੇ ਵੇਲੇ ਦੇ ਕੜਾਏ ਨਹੀਂ ਆ, ਰਾਣੀਆਂ ਦੇ ਕੜਾਏ ਨਹੀਂ ਆ। ਅਸਲ ਵਿੱਚ ਜੋਧਾ ਅਕਬਰ ਜਿਹੜੀ ਹਰਮੰਜੀ ਫਿਲਮ ਆਈ ਸੀ ਉਹਦੇ ਵਿੱਚ ਐਸ਼ਵਰਿਆ ਰਾਏ ਮੁੱਖ ਭੂਮਿਕਾ ਦੇ ਵਿੱਚ ਸੀ। ਉਹਦੇ ਵੱਲੋਂ ਇਹਨਾਂ ਕੜਾਇਆਂ ਦੇ ਵਿੱਚ ਇਸੇ ਥਾਂ ਦੇ ਉੱਤੇ ਜਦੋਂ ਸ਼ੂਟਿੰਗ ਹੋਈ ਸੀਗੀ, ਚੌਲ ਬਣਾਏ ਗਏ ਸੀ ਜਾਂ ਖਾਣ ਪੀਣ ਵਾਲੀਆਂ ਹੋਰ ਚੀਜ਼ਾਂ ਬਣਾਈਆਂ ਗਈਆਂ ਸੀ ਫਿਲਮਾਉਣ ਦੇ ਲਈ ਉਹਨੇ ਬਣਾਇਆ। ਫਿਲਮਾਉਣ ਦੇ ਲਈ ਇਹ ਉਦੋਂ ਦੇ ਕੜਾਏ ਆ ਜਿਹੜੇ ਕਿ ਇੱਥੋਂ ਦੀ ਪੂੰਜੀ ਦੇ ਤੌਰ ਦੇ ਉੱਤੇ, ਇੱਥੋਂ ਦੀ ਅਮਾਨਤ ਦੇ ਤੌਰ ਦੇ ਉੱਤੇ ਲੋਕਾਂ ਨੂੰ ਦਿਖਾਉਣ ਦੇ ਲਈ ਰੱਖ ਲਏ ਗਏ ਆ। ਸੋ ਇੱਥੇ ਆ ਕੇ ਸਾਨੂੰ ਬਹੁਤ ਚੰਗਾ ਲੱਗਾ ਤੇ ਅਸੀਂ ਚਾਹਾਂਗੇ ਜੀ ਕਿ ਕੁਝ ਕੁ ਦ੍ਰਿਸ਼ ਜਿਹੜੇ ਹੋਰ ਵੱਖ-ਵੱਖ ਕਿਲੇ ਆ ਉਹਨਾਂ ਦੇ ਵੀ ਦਿਖਾ ਦਿੱਤੇ ਜਾਣ, ਜਿਵੇਂ ਕਿ ਹਵਾ ਮਹਿਲ ਆ, ਜਿਵੇਂ ਕਿ ਹੋਰ ਕਿਹੜਾ ਸੀ ਇੱਕ ਕਿਲਾ ਜੈਗੜ੍ਹ ਦਾ ਕਿਲਾ, ਹੋਰ ਵੀ ਬਹੁਤ ਸਾਰੇ ਕਿਲੇ ਨੇ, ਉਹਨਾਂ ਦੇ ਵੀ ਕੁਝ ਕੁ ਦ੍ਰਿਸ਼ ਦਿਖਾਵਾਂਗੇ। ਪਰ ਇਸ ਥਾਂ ਨੂੰ ਦੇਖ ਕੇ ਬਹੁਤ ਚੰਗਾ ਲੱਗਾ ਤੇ ਗਾਈਡ ਜੀ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਹਾਂਜੀ, ਅਸੀਂ ਇਸ ਵੇਲੇ ਪਹੁੰਚ ਚੁੱਕੇ ਜੀ ਜੈਗੜ੍ਹ ਦੇ ਕਿਲੇ ਦੇ ਵਿੱਚ। ਜਿਹੜੇ ਇੱਥੋਂ ਦੇ ਰਾਜਾ ਸੀ ਜੈ ਸਿੰਘ, ਉਹਨਾਂ ਦੇ ਨਾਂ ਦੇ ਉੱਤੇ ਜੈਗੜ੍ਹ ਇਹ ਕਿਲਾ ਬਣਿਆ ਹੋਇਆ ਤੇ ਇੱਥੇ ਤੋਪ ਆ ਬਹੁਤ ਵੱਡੀ ਗਿਣਤੀ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਵੀ ਵੱਖ-ਵੱਖ ਥਾਵਾਂ ਤੋਂ ਆਏ ਹੋਏ ਲੋਕ ਇਸ ਕਿਲੇ ਨੂੰ ਵੀ, ਇਸ ਥਾਂ ਨੂੰ ਵੀ ਦੇਖਣ ਆਏ ਆ। ਅਸਲ ਦੇ ਵਿੱਚ ਇਹ ਰਾਜੇ ਦਾ ਰਿਹਾਇਸ਼ੀ ਖੇਤਰ ਨਹੀਂ ਸੀਗਾ, ਇਹ ਅਸਲ ਦੇ ਵਿੱਚ ਆਰਮੀ ਏਰੀਆ ਸੀ। ਜਿਹੜੀ ਸੈਨਾ ਸੀ ਉਹ ਇੱਥੇ ਹੁੰਦੀ ਸੀਗੀ, ਇੱਥੇ ਅਭਿਆਸ ਕਰਦੀ ਸੀ, ਇੱਥੇ ਬਾਕੀ ਆਪਣੇ ਜਿਹੜੇ ਤਜਰਬੇ ਕਰਦੀ ਸੀ, ਪਰ ਰਿਹਾਇਸ਼ ਹੋਰ ਥਾਂ ਤੇ ਸੀ। ਤੇ ਬਾਕੀ ਸਾਡੇ ਨਾਲ ਸਾਡੇ ਗਾਈਡ ਨੇ, ਕਿਉਂਕਿ ਵੱਖ-ਵੱਖ ਥਾਵਾਂ ਤੇ ਜਿੱਥੇ ਵੀ ਜਾਂਦੇ ਆ ਉੱਥੇ ਇੱਕ ਵੱਖਰਾ ਗਾਈਡ ਤੁਹਾਨੂੰ ਲੈਣਾ ਪੈਂਦਾ ਤਾਂ ਜੋ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇ, ਉਹਦੇ ਵੱਲੋਂ ਮੁਕੰਮਲ ਜਾਣਕਾਰੀ ਦਿੱਤੀ ਜਾ ਸਕੇ। ਮੋਹਨ ਜੀ ਨੇ, ਇਹ ਸਾਡੇ ਗਾਈਡ ਨੇ ਜਿਹੜੇ ਸਾਨੂੰ ਦੱਸਣਗੇ ਵੀ ਭਾਈ ਇਸ ਥਾਂ ਦੀ ਅਹਿਮੀਅਤ ਕੀ ਆ, ਇਹ ਤੋਪ ਕੀ ਆ, ਤੋਪ ਕਿਵੇਂ ਬਣਾਈ ਆ, ਕਿਹੜੇ ਸਨ 'ਚ ਬਣਾਈ ਆ, ਕਿਹਨੇ ਬਣਾਈ ਆ, ਕਿੰਨੇ ਕਾਰੀਗਰਾਂ ਨੇ ਬਣਾਈ ਆ, जानकारी। की हाल है जी, ठीक ठाक हो? बढ़िया, आप ठीक ठाक हो? हाँ सर। आप कितनी देर से गाइड हो? यहाँ पे सर 10 ईयर्स। 10 ईयर से, 10 साल से हो। ये जयगढ़ का किले दिखाते हो आप? हाँ, जयगढ़ का। और जगह नहीं जाते आप? नहीं सर। अच्छा, आपको इस जगह के बारे में पूरी मुहारत है, इसीलिए कहीं और नहीं जाते? हाँ सर। इस बारे में बताइए, ये तोप क्या है, ये कैसे है, किसने बनवाई है, ये क्यों तोप बनवाई? बनाई गई थी राजा जयसिंह ने सेकंड में। अच्छा, तो जो तोप का निर्माण फर्स्ट टाइम किया गया था वो इसी कारखाने में बनाया गया। कारखाना भी यही है? कारखाना भी यही बनाया गया, फिर यहीं पे बनाकर इस तोप के अलग अलग पार्ट्स को यहाँ लाया गया। तो 12-12 हाथियों के द्वारा इस पार्ट्स को लाया गया। करीबन 12-12 हाथी लगते तब 1-1 पार्ट्स आया। तो मैंने सुना कि ये किसी जंग में यूज तो की नहीं गई? जंग में यूज नहीं ले थी, कि इसको सिर्फ ट्रायल के लिए लाया गया था और ट्रायल की गई थी कि जंग में ले जाने के लिए छोटी तोपें होती थी, इसका जो निर्माण किया था वो बड़ा किया गया था। तो बड़ा तो निर्माण इसलिए किया गया कि टेस्टिंग जो रेंज थी कि सेना को सिर्फ डराने के लिए, तो डराने के लिए इसका इस्तेमाल किया था। तो ये बात सच है कि जब टेस्टिंग की गई हाँ। तो 22 मील दूर जाके गोला गिरा? हाँ, 35 किलोमीटर दूर यहाँ से गोला गया है, यहाँ पे दिया हुआ भी है। हाँ। बताया हुआ है कि 35 किलोमीटर 22 मील इसकी रेंज पाई गई। तो फर्स्ट टाइम इसका ट्रायल हुआ ये था कौन से सन में बनी, कौन सी डेट? 1720 में। 1720 में बनी है। राजा जयसिंह। 1720 ਦੇ ਵਿੱਚ ਰਾਜਾ ਜੈ ਸਿੰਘ ਦੇ ਵੱਲੋਂ ਇਹ ਬਣਵਾਈ ਗਈ। कारीगर कितने होंगे, कितने वो माहिर करीबन होंगे? 700 से 800 कारीगर थे जो यहाँ मौजूद थे, उनके द्वारा इसका निर्माण किया गया। अच्छा, हाँ। कोई और इसके बारे में विशेष जानकारी जो विशेष आपको इसकी पता हो, जो हमें नहीं पता? इसकी नाल है वो अष्ट धातु में बनी हुई है। अच्छा, 8 धातुओं को मिलाकर इसकी नाल जो बनाई गई है वो 8 धातुओं से मिक्स करके बनाई कि अष्ट धातु की खासियत है कि बाहर से वो गर्म नहीं होता है, अंदर से गर्माते। तो अगर इसको हाथ भी लगाए तो बाहर से गर्मा नहीं देगी। अच्छा। और सेकंड इसका जो पीछे वाला पार्ट्स है उसमें बारूद भरा जाता है जिसमें 100 किलो गन पाउडर डाला और 50 किलोग्राम का गोला डाला जाता है जो आगे से डाला जाता है, फिर इसी को फायर किया। और 1800 पहले इसके जो ये टायर है ये नहीं थे।
अच्छा ये नहीं ये बैरल जो है भी बाद में लगाए हुए। ओके उस टाइम थे राजा राम सिंह जी सेकंड, अच्छा तो उनके शासन काल में बैरल पे खड़ा करने का निर्माण उनके द्वारा किया गया। अच्छा पहले जो इसका था सिर्फ नाल और ये बीच वाला पार्ट था, अच्छा जिसको लकड़ी के सांचे पे खड़ा करके फिर यहाँ से फायर की गई। हाँ, बैरल में जो खड़ा करने का निर्माण है वो 1835 में किया गया। ठीक है हाँ, वो राजा जयसिंह जी के राम सिंह के शासन काल तो आप में। बता रहे थे कि बाबर से हाँ ये जानकारी ली गई थी। हाँ, बाबर की जो था सबसे पहले जो अंग्रेज मुगल थे उनके द्वारा ही ये फॉर्मूला आया था तोप बनाने का। तो फर्स्ट टाइम जो फॉर्मूला लिया गया था वो बाबर से लिया गया। अच्छा तो उन्होंने से फॉर्मूला लेकर फिर तोप का पहली जो तोप की चौकी बनाई गई वो जयगढ़ फोर्ट में बनाई, जो राजा जयसिंह जी के शासन काल में। इसका नाम है जयवान जयवान, ये राजा जयसिंह जी ने अपने ही नाम से इसको नाम दिया जयवान। जयवान तो और जो ये फोर्ट है ये भी उन्हीं के नाम से है, जयगढ़ फोर्ट। जयगढ़ फोर्ट। तो यहाँ बहुत लोग आते हैं देखने के लिए। हाँ, करीब अलग अलग मुल्क, अलग अलग इंडिया में हर बाहर से भी, फॉरेन कंट्री से भी आते हैं इसको विजिट करने के लिए। जो आमेर का किला है हाँ। वो तो बहुत बड़ा है, उसमें कमरे भी हैं, हाँ। उसमें शीश महल भी है, हाँ। उसमें दीवानी आम दीवानी खास भी है। और ये यहाँ इतनी जगह पर ही है या कुछ और भी है यहाँ? ये सिर्फ क्या सर रेजिडेंस के लिए नहीं बनाया गया, हाँ। सिर्फ ये अपने सैनिकों को रखने के लिए और सेना को यहाँ एक्सपेरिमेंट के लिए रखा गया था कि 13,000 सैनिक यहाँ रहते थे। अच्छा करीबन 10 से 13,000 सैनिकों को यहाँ रखा जाता था जो सुरक्षा की निगरानी करते। तो इस फोर्ट को जो बनाया गया था आमेर महल की सुरक्षा के लिए कि यहाँ से आमेर महल को सुरक्षा दी जा सके। सेकंड, जो भी बाहर की सेना है जो आक्रमण करती है उनके ऊपर यहाँ से नज़र रखी सके और यहाँ से इजीली आप फायर कर सकते हो कि नीचे वाला जो बंदा है आपको नहीं देख सकता, आप उसको देख पाते हो, जिनमें होल्स बना रखे हैं बाहर के साइड में। मैं ना देख के बड़ा हैरान रहा ਕਿ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਜਿਹਨੇ ਗੋਲੀ ਚਲਾਉਣੀ ਆ, ਜਿਹਨੇ ਫਾਇਰ ਕਰਨਾ ਉਹਨੂੰ ਥੱਲੇ ਸਭ ਕੁਝ ਦਿਸੇ, ਪਰ ਜਿਹਨੇ ਥੱਲਿਓਂ ਵਾਰ ਕਰਨਾ ਹੋਵੇ ਉਹਨੂੰ ਕੁਝ ਨਾ ਦਿਸੇ। ਇਸ ਤਰੀਕੇ ਦਾ ਮੈਂ ਥੋੜਾ ਜਿਹਾ ਉਹ ਦਿਖਾ ਕੇ ਆਇਆ। ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ। ਸਰ। ਹਾਂ ਆਹ ਦੇਖੋ ਜੀ, ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਵਿੱਚ ਇਹਦੇ ਮੋਰੇ ਰੱਖੇ ਗਏ ਆ, ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸੁਰੱਖਿਆ ਦੇ ਬੰਦੋਬਸਤ ਕੀਤੇ ਸੀ ਕਿ ਜੇਕਰ ਕੋਈ ਹਮਲਾ ਹੁੰਦਾ ਤਾਂ ਉਹ ਕਿਸ ਤਰੀਕੇ ਦੇ ਨਾਲ ਉਹਦਾ ਮੁਕਾਬਲਾ ਕਰਨਗੇ। ਆਹ ਦੇਖੋ ਤੁਸੀਂ ਇੱਥੋਂ ਦੇਖ ਸਕਦੇ ਆ ਵੀ ਆਹ ਦੇਖੋ ਇਹਨਾਂ ਨੇ ਆਹ ਹਰ ਥਾਂ ਦੇ ਉੱਤੇ ਹੈ। ਆਹ ਤੁਹਾਨੂੰ ਹਰ ਪਿੱਲਰ ਦੇ ਵਿੱਚ, ਹਰ ਥੰਮ ਦੇ ਵਿੱਚ ਤੁਹਾਨੂੰ ਦਿਸੂਗਾ ਵੀ ਇੱਥੋਂ ਤੁਹਾਨੂੰ ਥੱਲੇ ਸਾਰਾ ਕੁਝ ਦਿਸਦਾ। ਆਹ ਦੇਖੋ ਤੁਹਾਨੂੰ ਦਿਸਦਾ ਥੱਲੇ, ਪਰ ਜੇਕਰ ਕੋਈ ਥੱਲਿਓਂ ਤਾਂ ਉਹਨੂੰ ਵਾਰ ਕਰਨਾ ਚਾਹੇ ਤੇ ਫਿਰ ਉਹ ਨਹੀਂ ਤੁਹਾਡੇ ਤੇ ਹਮਲਾ ਕਰ ਸਕਦਾ, ਪਰ ਤੁਹਾਨੂੰ ਸਭ ਕੁਝ ਦਿਸਦਾ ਇੱਥੋਂ ਗੋਲੀ ਚਲਾਉਣ ਦੇ ਲਈ। ਵੀ ਉਹਨਾਂ ਨੇ ਇਸ ਤਰੀਕੇ ਦੇ ਪ੍ਰਬੰਧ ਕਰਕੇ ਰੱਖੇ ਸੀ। ਸੋ ਇਹ ਦੇਖੋ ਉਹਨਾਂ ਨੇ ਦੂਰ ਦ੍ਰਿਸ਼ਟੀ ਕਿੰਨੀ ਸੀ ਸੁਰੱਖਿਆ ਦੇ ਲਿਹਾਜ਼ ਨਾਲ। ਆ ਤੁਸੀਂ ਆਲੇ ਦੁਆਲੇ ਦਿਖਾ ਰਹੇ ਹੋ ਜੀ, ਇਹ ਬਹੁਤ ਉੱਚੀ ਥਾਂ ਤੇ ਆ। ਗੱਡੀ ਦੀ ਚੀਕ ਨਿਕਲ ਗਈ ਅਸਲ ਦੇ ਵਿੱਚ ਤਾਂ ਨੂੰ ਆਉਂਦੇ ਆ ਵੀ ਜਿਵੇਂ ਆਪਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਾੜੀ ਖੇਤਰ ਦੇ ਵੱਲ ਉੱਪਰ ਤੇ ਉੱਪਰ ਤੇ ਉੱਪਰ ਜਾਂਦੇ ਆ, ਉਸ ਤਰੀਕੇ ਦੇ ਨਾਲ ਹੀ ਇਹ ਬੜੇ ਉੱਚੀ ਥਾਂ ਦੇ ਉੱਤੇ ਬਣਾਏ ਹੋਏ ਕਿਲੇ ਆ। ਤੇ ਆ ਦੇਖੋ ਜੀ, ਇਸ ਥਾਂ ਤੋਂ ਤੁਸੀਂ ਆ ਜਿਹੜਾ ਜੈਪੁਰ ਸਾਰਾ ਥੱਲੇ ਵਸਿਆ ਹੋਇਆ, ਆ ਦੇਖੋ ਇਹ ਸਭ ਤੋਂ ਉੱਚੀ ਥਾਂ ਜਾਂ ਕਹਿ ਬਹੁਤ ਉੱਚੀ ਥਾਂ ਇਹ ਇਹਨਾਂ ਦੀ, ਜਿੱਥੇ ਕਿ ਕਿਲੇ ਬਣੇ ਸੀਗੇ। ਤੇ ਇਹਨਾਂ ਨੇ ਦੱਸਿਆ ਕਿ ਕਹਿੰਦੇ ਵੀ ਜਦੋਂ ਜਿੱਥੇ ਤੋਪ ਦਾ ਗੋਲਾ ਡਿੱਗਿਆ ਸੀ, ਜਦੋਂ ਇਸ ਜੈਵਾਨ ਤੋਪ ਦੀ ਟੈਸਟਿੰਗ ਕੀਤੀ ਗਈ ਤੇ ਉਸ ਥਾਂ ਦੇ ਉੱਤੇ ਤਲਾਬ ਬਣ ਗਿਆ, ਇੰਨੀ ਮਿੱਟੀ ਪੱਟੀ ਗਈ ਸੀ, ਇੰਨਾ ਵੱਡਾ ਟੋਆ ਉੱਥੇ ਬਣ ਗਿਆ ਸੀਗਾ, ਉੱਥੇ ਤਲਾਬ ਵਰਗੀ ਸਥਿਤੀ ਬਣ ਗਈ। ਸੋ ਇਹ ਜੀ ਇੰਨੀ ਉੱਚੀ ਥਾਂ ਦੇ ਉੱਤੇ ਆਲੇ ਦੁਆਲੇ ਪਹਾੜੀਆਂ, ਇਹਦੇ ਥੱਲੇ ਸੜਕਾਂ ਕਿੰਨੀਆਂ ਨੀਵੀਆਂ, ਇਹ ਉੱਚੀ ਥਾਂ ਦੇ ਉੱਤੇ ਵੀ ਉਹਨਾਂ ਨੇ ਕਿਵੇਂ ਸੁਰੱਖਿਆ ਦੇ ਨਜ਼ਰੀਏ ਦੇ ਨਾਲ ਪਹਿਲਾਂ ਹੀ ਉੱਚੀ ਥਾਂ ਦੇ ਉੱਤੇ ਇਹ ਜਿਹੜੀ ਆ ਅਭਿਆਸ ਦੇ ਲਈ, ਲੜਾਈ ਦੇ ਲਈ, ਤਿਆਰੀ ਦੇ ਲਈ, ਜੰਗ ਦੇ ਲਈ, ਅਗਾਊਂ ਪ੍ਰਬੰਧਾਂ ਵਾਸਤੇ ਇਹ ਸਾਰਾ ਕੁਝ ਕਰਕੇ ਰੱਖਿਆ ਸੀ ਵੀ ਇੱਥੋਂ ਤੱਕ ਦੁਸ਼ਮਣ ਦੀ ਪਹੁੰਚ ਹੀ ਨਾ ਹੋਵੇ, ਤੇ ਜੇਕਰ ਪਹੁੰਚ ਹੋਵੇ ਤਾਂ ਫਿਰ ਉਹਨੂੰ ਰਾਹ ਦੇ ਵਿੱਚ ਕਿਵੇਂ ਅੜਚਣਾਂ ਦਾ ਸਾਹਮਣਾ ਕਰਨਾ ਪਵੇ। ਅਸੀਂ ਦੇਖੋ ਵੀ ਕਿੰਨੀਆਂ ਮੋਟੀਆਂ ਕੰਧਾਂ। ਇਹ ਸਾਡੇ ਪੰਜਾਬ ਦੇ ਵਿੱਚ ਵੀ ਕਈ ਕਿਲੇ ਇਹੋ ਜਿਹੇ ਆ ਜਦੋਂ ਉਹਨਾਂ ਦੀ ਕੋਈ ਢਹਿੰਦੇ ਆ, ਪਤਾ ਲੱਗਦਾ ਵੀ ਕਿੰਨੀ ਚੌੜੀ ਕੰਧ ਸੀ, ਪਰ ਅਸੀਂ ਉਹਨਾਂ ਕੰਧਾਂ ਨੂੰ ਸੰਭਾਲ ਕੇ ਨਹੀਂ ਰੱਖਿਆ। ਇੱਥੇ ਵੀ ਜਿਹੜੀ ਨਾ ਉਹ ਟਿਕਟ ਲੱਗਦੀ ਆ, ਗਾਈਡ ਨੇ ਵੱਖਰੇ ਪੈਸੇ ਲਏ ਆ, ਟਿਕਟ ਆ ਜਿਹੜੀ ਉਹ ਵੱਖਰੀ ਪ੍ਰਤੀ ਵਿਅਕਤੀ ਲੈਣੀ ਪੈਂਦੀ ਆ। ਫਿਰ ਗੱਲ ਉੱਥੇ ਆ ਕੇ ਮੁੱਕਦੀ ਆ। ਸਾਡੇ ਕੋਲੇ ਵੀ ਤਾਂ ਸਭ ਕੁਝ ਹੈ ਪੰਜਾਬ ਦੇ ਵਿੱਚ, ਪਰ ਅਸੀਂ ਸੰਭਾਲਿਆ ਨਹੀਂ। ਨਾ ਪੁਰਾਤੱਤਵ ਵਿਭਾਗ ਨੇ, ਨਾ ਸੱਭਿਆਚਾਰਕ ਮਹਿਕਮੇ ਨੇ, ਨਾ ਸੈਰ ਸਪਾਟਾ ਵਿਭਾਗ ਨੇ, ਕਿਸੇ ਨੇ ਕੋਈ ਗੱਲ ਹੀ ਨਹੀਂ ਸਾਂਭ ਕੇ ਰੱਖੀ। ਤੇ ਪਰ ਆਹ ਦੇਖੋ ਜੀ, ਇਹਨਾਂ ਲੋਕਾਂ ਨੇ ਕਮਾਈ ਦਾ, ਆਮਦਨ ਦਾ ਸਾਧਨ ਹੀ ਇਹ ਬਣਾ ਲਿਆ, ਤੇ ਬਹੁਤ ਚੰਗੀ ਗੱਲ ਆ। ਹੁਣ ਅਸੀਂ ਇੱਥੇ ਕੁਝ ਕੁ ਦ੍ਰਿਸ਼ ਦੇਖ ਕੇ ਤੇ ਫਿਰ ਹਵਾ ਮਹਿਲ ਦੇ ਵੱਲ ਜਾਵਾਂਗੇ। ਹਵਾ ਮਹਿਲ ਦੇ ਵੀ ਬਾਹਰੋਂ ਹੀ ਦ੍ਰਿਸ਼ ਕਹਿੰਦਾ ਦੇਖਣ ਵਾਲਾ, ਤੇ ਅੰਦਰ ਜਾ ਕੇ ਤਾਂ ਕਹਿੰਦੇ ਵੀ ਕੋਈ ਬਹੁਤਾ ਕੋਈ ਖਿੱਚ ਪਾਊ ਚੀਜ਼ ਜਾਂ ਕਹਿ ਦਈਏ ਵੀ ਉੱਥੇ ਦੇਖਣ ਦਿਖਾਉਣ ਜੋ ਘੱਟ ਆ, ਪਰ ਕਹਿੰਦੇ ਵੀ ਜਿੰਨਾ ਕੁ ਬਾਹਰੋਂ ਹੋ ਸਕਿਆ ਉਹਨਾਂ ਕੁ ਤੁਹਾਨੂੰ ਦਿਖਾਵਾਂਗੇ। ਚਲੋ ਆਪਾਂ ਚੱਲਦੇ ਹਾਂ।
ਲੋ ਜੀ ਇਸ ਵੇਲੇ ਤੁਸੀਂ ਸਾਡੇ ਮਗਰ ਵੇਖ ਰਹੇ ਹੋਵੋਗੇ ਕਿ ਅਸੀਂ ਹਵਾ ਮਹਿਲ ਦੇ ਅੱਗੇ ਖੜੇ ਆ। ਅਸਲ ਦੇ ਵਿੱਚ ਟੈਣਾ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹਵਾ ਮਹਿਲ ਦੀ ਅੱਗੇ ਵਾਲੀ ਇਮਾਰਤ ਹੈ ਜਾਂ ਪਿੱਛੇ ਵਾਲੀ ਇਮਾਰਤ ਹੈ? ਦੇਖੋ ਜਦੋਂ ਤਾਂ ਅਸੀਂ ਦੇਖਦੇ ਆ ਇੱਥੇ ਸੜਕ ਦੇ ਉੱਤੇ ਖੜ ਕੇ, ਜਿੱਥੇ ਕਿ ਬਹੁਤ ਸਾਰੇ ਹੋਰ ਵੀ ਲੋਕ ਆ ਜਿਹੜੇ ਖੜ ਕੇ ਤਸਵੀਰਾਂ ਲੈ ਰਹੇ, ਦਿਖਾ ਦਿਓ ਮੇਰਾ ਵੀਰ, ਬੇਨਤੀ ਇਹ ਆ ਕਿ ਇਧਰਲੇ ਪਾਸੇ ਸਾਰੇ ਜਿਹੜੇ ਆ ਲੋਕ ਉਹ ਤਸਵੀਰਾਂ ਲੈ ਰਹੇ ਆ। ਰਾਤ ਦਾ ਵੇਲਾ, ਹਾਰਨ ਵੱਜ ਰਹੇ ਆ, ਅਸੀਂ ਵੀ ਮੁੱਖ ਸੜਕ ਦੇ ਉੱਤੇ ਖੜੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਇਸ ਵੇਲੇ ਇਸ ਹਵਾ ਮਹਿਲ ਦੀਆਂ ਤਸਵੀਰਾਂ ਨੂੰ ਖਿੱਚ ਰਹੇ ਆ, ਵੀਡੀਓ ਨੂੰ ਬਣਾ ਰਹੇ ਆ। ਤੇ ਹੋ ਸਕਦਾ ਵੀ ਤੁਹਾਨੂੰ ਇਹਦੇ ਵਿੱਚ ਆਵਾਜ਼ਾਂ ਵੀ ਆਉਂਦੀਆਂ ਹੋਣ, ਹਾਰਨਾਂ ਦੀ ਪਾਂ-ਪੂ ਸੁਣਦੀ ਹੋਵੇ, ਕਿਉਂਕਿ ਸੜਕ ਦੇ ਉੱਤੇ ਖੜਨ ਕਰਕੇ ਤੇ ਡਿਸਟਰਬੈਂਸ, ਰੌਲਾ ਰੱਪਾ ਕਾਫੀ ਆ। ਪਰ ਇਹ ਹਵਾ ਮਹਿਲ ਦਾ ਪਿਛਲਾ ਪਾਸਾ, ਇਹ ਹਵਾ ਮਹਿਲ ਦਾ ਮੂਹਰਲਾ ਪਾਸਾ ਨਹੀਂ ਆ। ਅੱਜ ਅਸੀਂ 3-4 ਕਿਲੇ ਦੇਖੇ ਆ ਜਿਹਦੇ ਕਰਕੇ ਇੱਥੇ ਸਾਨੂੰ ਰਾਤ ਪੈ ਗਈ ਹੈ ਤੇ ਮੇਰੇ ਖਿਆਲ ਹੁਣ ਵੱਜ ਗਏ ਰਾਤ ਦੇ 8 ਵਜੇ ਚੱਲੇ ਆ ਜੀ। ਬਿਲਕੁਲ। ਸੋ ਇਸ ਕਰਕੇ ਜਿੰਨਾ ਕੁ ਅਸੀਂ ਦਿਖਾ ਸਕਦੇ ਹਾਂ ਬਾਹਰ ਖੜ ਕੇ ਤੁਹਾਨੂੰ ਦਿਖਾ ਰਹੇ ਆ। 953 ਝਰੋਖੇ ਆ ਇਸ ਹਵਾ ਮਹਿਲ ਦੇ ਵਿੱਚ ਜੀ। ਤੇ ਅਗਲੀ ਜਾਣਕਾਰੀ ਦਿਓ। ਝਰੋਖਿਆਂ ਦਾ ਮਤਲਬ ਛੋਟੀਆਂ-ਛੋਟੀਆਂ ਖਿੜਕੀਆਂ ਇਸ ਹਵਾ ਮਹਿਲ ਦੇ ਵਿੱਚ ਇਹਨਾਂ ਦੇ ਵਿੱਚੋਂ ਹਵਾ ਜਿਹੜੀ ਆ ਉਹ ਲੰਘਦੀ ਸੀ ਤੇ ਇਹ ਬਹੁਤ ਠੰਡਾ ਹਵਾ ਮਹਿਲ ਰਹਿੰਦਾ ਸੀ, ਜਿਹਦੇ ਕਰਕੇ ਇਹਨੂੰ ਹਵਾ ਮਹਿਲ ਦਾ ਨਾਮ ਦਿੱਤਾ ਗਿਆ। ਇਹ ਝਰੋਖੇ ਬਣਾਉਣ ਦੇ ਪਿੱਛੇ ਮਕਸਦ ਇਹ ਸੀ, ਟੈਣਾ ਸਾਹਿਬ ਪਹਿਲਾਂ ਤਾਂ ਮੈਂ ਥੋੜੀ ਜਿਹੀ ਪਿਛਲ ਖੋਰੀਏ ਦੀ ਤੁਹਾਨੂੰ ਝਾਤ ਮਰਵਾ ਦਿਆਂ ਕਿ 1799 ਦੇ ਵਿੱਚ ਸਵਾਈ ਪ੍ਰਤਾਪ ਸਿੰਘ ਹੋਰਾਂ ਨੇ ਇਸ ਹਵਾ ਮਹਿਲ ਨੂੰ ਬਣਵਾਇਆ ਸੀਗਾ ਔਰ ਪਿੰਕ ਤੇ ਰੈੱਡ ਯਾਨੀ ਗੁਲਾਬੀ ਤੇ ਲਾਲ ਸੈਂਡਸਟੋਨ ਦੇ ਨਾਲ ਇਹ ਬਣਿਆ ਹੋਇਆ ਹੈ। ਔਰ ਉਸ ਤੋਂ ਬਾਅਦ ਇਹਨੂੰ ਬਣਾਉਣ ਦੇ ਪਿੱਛੇ ਮਕਸਦ ਅਸਲ ਦੇ ਵਿੱਚ ਇਹ ਸੀ ਕਿ ਜਿਹੜੀਆਂ ਰਾਇਲ ਲੇਡੀਜ਼ ਯਾਨੀ ਕਿ ਜਿਹੜੀਆਂ ਸ਼ਾਹੀ ਔਰਤਾਂ ਨੇ ਉਹ ਰੋਜ਼ਮर्रा ਦੀ ਜ਼ਿੰਦਗੀ ਜੋ ਇਸ ਗਲੀ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਹ ਜਾਂ ਜੋ ਵੀ ਦਿਨ ਤਿਉਹਾਰ ਨੇ ਉਹਨਾਂ ਨੂੰ ਕਿਸ ਢੰਗ ਨਾਲ ਮਨਾ ਰਹੇ ਨੇ ਆਮ ਲੋਕ, ਉਹ ਸਾਰਾ ਕੁਝ ਉਹਨਾਂ ਝਰੋਖਿਆਂ ਰਾਹੀਂ ਵੇਖਦੀਆਂ ਸੀ। ਮਤਲਬ ਉਹ ਸਾਰਾ ਕੁਝ ਵੇਖ ਸਕਦੀਆਂ ਸੀ ਪਰ ਉਹਨਾਂ ਔਰਤਾਂ ਨੂੰ ਇੱਥੋਂ ਕੋਈ ਨਹੀਂ ਸੀ ਵੇਖ ਸਕਦਾ। ਡਿਜ਼ਾਈਨ ਕਿਹਨੇ ਕੀਤਾ ਸੀ ਇਹਨੂੰ ਡਿਜ਼ਾਈਨ ਕੀਤਾ ਸੀ ਜੀ ਲਾਲ ਚੰਦ ਉਸਤਾਦ ਹੋਰਾਂ ਨੇ। ਬਿਲਕੁਲ ਜੀ। 953 ਝਰੋਖੇ ਆ, ਲਾਲ ਚੰਦ ਉਸਤਾਦ ਨੇ ਡਿਜ਼ਾਈਨ ਕੀਤਾ ਤੇ ਬਾਕੀ ਜਾਣਕਾਰੀ ਇਹਨੇ ਦੇ ਦਿੱਤੀ ਆ। ਤੇ ਉਸ ਤੋਂ ਅਗਲੀ ਗੱਲ ਇਹ ਆ ਕਿ ਬਹੁਤ ਹੀ ਅੱਜ ਸਾਨੂੰ ਚੰਗਾ ਲੱਗਾ ਇਹ ਵੀਡੀਓ ਬਣਾਉਣ ਦਾ, ਇਹ ਚੱਜ ਦਾ ਵਿਚਾਰ ਕਰਨ ਦਾ ਮਕਸਦ ਇਹ ਆ ਵੀ ਦੇਸ਼ ਦੁਨੀਆ ਦੇ ਵਿੱਚ ਬੈਠੇ ਸਾਡੇ ਪੰਜਾਬੀ ਪਿਆਰੇ ਆ ਜਿਹੜੇ ਸਾਨੂੰ ਬਹੁਤ ਮੁਹੱਬਤ ਕਰਦੇ ਆ, ਉਹ ਨਾਲ ਸੈਰ ਕਰ ਸਕਣ ਜੀ। ਬਿਲਕੁਲ। ਕਿਉਂਕਿ ਕਈ ਥਾਵਾਂ ਤੇ ਅਸੀਂ ਨਹੀਂ ਜਾ ਸਕਦੇ, ਕਈ ਥਾਵਾਂ ਤੇ ਤੁਸੀਂ ਨਹੀਂ ਜਾ ਸਕਦੇ, ਇੱਕ ਦੂਜੇ ਦੇ ਨਾਲ ਆਪਾਂ ਸਾਂਝ ਇਵੇਂ ਪਾਉਂਦੇ ਰਹਿੰਦੇ ਆ ਜੀ। ਬਿਲਕੁਲ। ਔਰ ਇਹਦੇ ਨਾਲ ਹੀ ਅਸਲ ਦੇ ਵਿੱਚ ਮਕਸਦ ਇਹ ਵੀ ਸੀ ਕਿ ਅਸੀਂ ਇਹ ਚਾਹੁੰਦੇ ਆ ਕਿ ਕਿਤੇ ਨਾ ਕਿਤੇ ਸਰਕਾਰਾਂ ਤੱਕ ਵੀ ਸਾਡੀ ਆਵਾਜ਼ ਪਹੁੰਚੇ ਤੇ ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਇਹ ਪੁਰਾਣੀਆਂ ਇਮਾਰਤਾਂ ਨੇ, ਜਿੱਥੇ ਵੀ ਕਿਲੇ ਨੇ, ਜਿੱਥੇ ਵੀ ਇਤਿਹਾਸਿਕ ਇਮਾਰਤਾਂ ਨੇ, ਉਹਨਾਂ ਸਾਰੀਆਂ ਇਮਾਰਤਾਂ ਨੂੰ ਜਿਵੇਂ ਇੱਥੇ ਜੈਪੁਰ ਦੇ ਵਿੱਚ ਰਾਜਸਥਾਨ ਦੇ ਵਿੱਚ ਸਾਂਭਿਆ ਗਿਆ ਉਵੇਂ ਹੀ ਸਾਂਭਿਆ ਜਾਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਇਤਿਹਾਸ ਦੇ ਬਾਰੇ ਚ ਵੱਧ ਤੋਂ ਵੱਧ ਪਤਾ ਲੱਗੇ ਤੇ ਨਾਲ ਦੀ ਨਾਲ ਹੀ ਲੋਕ ਜਿਹੜੇ ਨੇ ਵੱਧ ਤੋਂ ਵੱਧ ਜਾਣੂ ਹੋ ਸਕਣ ਇਹਨਾਂ ਇਮਾਰਤਾਂ ਤੋਂ। ਬਿਲਕੁਲ ਜੀ। ਹੁਣ ਨਾ ਵੀਰ ਜੀ ਇਕੱਠੇ ਹੋਣਾ ਸ਼ੁਰੂ ਹੋ ਗਏ ਇੱਥੇ ਤੇ ਗੱਲ ਇਹ ਅਸਲ ਦੇ ਵਿੱਚ ਕਿ ਬਹੁਤ ਸਤਿਕਾਰ, ਬਹੁਤ ਪਿਆਰ ਸਾਰਿਆਂ ਨੂੰ ਹੀ ਤੇ ਬਹੁਤ ਸਾਰੇ ਸਾਨੂੰ ਚੱਜ ਦਾ ਵਿਚਾਰ ਦੇਖਣ ਵਾਲੇ ਭੈਣਾਂ ਵੀਰ ਇੱਥੇ ਮਿਲੇ ਵੀ ਆ। ਧੰਨਵਾਦ ਸਭ ਦਾ ਹੀ। ਤੇ ਸਾਡੇ ਕੈਮਰਾਮੈਨ ਵੀਰ ਨੂੰ ਬੇਨਤੀ ਆ ਕਿ ਤੁਸੀਂ ਨਾ ਇੱਕ ਵਾਰੀ ਮਾਰਕੀਟ ਦਾ ਦ੍ਰਿਸ਼ ਦਿਖਾ ਦਿਓ ਵੀ ਰਾਤ ਦੇ ਵੇਲੇ 8 ਵਜੇ ਦੇ ਕਰੀਬ ਦਾ ਵੇਲਾ ਵੀ ਮਾਰਕੀਟ ਕਿਵੇਂ ਆ, ਇੱਥੇ ਬਾਜ਼ਾਰ ਕਿਵੇਂ ਸਜਿਆ ਹੋਇਆ ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਚਹਿਲ ਪਹਿਲ ਆ ਲੋਕਾਂ ਦੀ। ਇਦਾਂ ਹੀ ਅਸੀਂ ਤੁਹਾਨੂੰ ਆਪਣੇ ਨਾਲ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੀ ਸੈਰ ਕਰਵਾਉਂਦੇ ਰਵਾਂਗੇ। ਇੱਕ ਗੱਲ ਦੱਸ ਦਿਆਂ ਜੀ, ਜਦੋਂ ਅਸੀਂ ਆਏ ਸੀ ਤੇ ਉਦੋਂ ਗਰਮੀ ਸੀ, ਇੱਥੇ ਠੰਡ ਇਉਂ ਲੱਗਦਾ ਸੀ ਵੀ ਹੈ ਹੀ ਨਹੀਂਗੀ, ਪਰ ਜਦੋਂ ਸੂਰਜ ਲੁਕਿਆ ਤੇ ਠੰਡ ਥੋੜੀ ਜਿਹੀ ਹੋ ਗਈ ਆ, ਪਰ ਪੰਜਾਬ ਦੇ ਨਾਲੋਂ ਬਹੁਤ ਘੱਟ ਠੰਡ ਆ। ਜੈਪੁਰ ਦੇ ਵਿੱਚ ਉਨੀ ਠੰਡ ਨਹੀਂ, ਕਹਿੰਦੇ ਵੀ ਗੰਗਾ ਨਗਰ ਵਾਲੇ ਪਾਸੇ ਕਾਫੀ ਆ, ਇੱਥੇ ਧੁੰਦ ਵੀ ਨਾ ਮਾਤਰ ਪੈਂਦੀ ਆ ਜੀ। ਬਿਲਕੁਲ। ਸੋ ਫਿਲਹਾਲ ਸਾਡੇ ਜਾਣ ਦਾ ਵੇਲਾ ਹੋ ਗਿਆ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।